ਵਾਹਿਗੁਰੂ ਸਾਹਿਬ ਜੀ। ਦਸਤਗੀਰ ਹੋਏ ਪੰਜ ਪੀਰ, ਹਰ ਗੁਰ ਹਰ ਗੋਬਿੰਦ ਤੁਲਾ। ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਟੁਲਾ। ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੈ ਉਡੀਨਾ। ਗੁਰਮੁਖ ਮਨ ਅਪਤੀਜ ਪਤੀਣਾ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਾਰ ਮਿਹਰਾਮਤ ਦੇ ਸਦਕਾ ਕੁਰਬਾਨੀ ਤਿੰਨਾਂ ਗੁਰ ਸਿੱਖਾਂ ਭਾਏ ਭਗਤ ਗੁਰਪੁਰਬ ਕਰੰਦੇ ਦੇ ਮਹਾਵਾਕ ਅਨੁਸਾਰ ਗੁਰੂ ਨਾਨਕ ਜੋਤ ਦੇ ਛੇਵੇਂ ਸਵਰੂਪ ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਦੇ ਅਨੁਸਾਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ, ਜੋ ਪਿਛਲੇ ਦਿਨੀ ਸੰਸਾਰ ਭਰ ਵਿੱਚ ਬੜੀ ਹੀ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ, ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਦਿਵਸ ਵੀ ਹੈ। ਇਹ ਵੀ ਸਾਡੇ ਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ। ਇਸ ਦਿਹਾੜੇ ਨੂੰ ਮੁੱਖ ਰੱਖਦਿਆਂ ਪ੍ਰਬੰਧਕ ਕਮੇਟੀ ਵੱਲੋਂ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਸਦਕਾ ਅੱਜ ਦੇ ਜੋ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਨੇ, ਗੁਰੂ ਘਰ ਦੇ ਵਜ਼ੀਰ ਸਾਹਿਬਾਨ, ਗ੍ਰੰਥੀ ਸਾਹਿਬਾਨ ਬੜੇ ਹੀ ਵਡਮੁੱਲੇ ਗੁਰਮਤਿ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਕੇ ਗਏ ਨੇ। ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਆਂ ਜਿੱਥੇ ਹੋਰ ਬਖਸ਼ਿਸ਼ਾਂ ਨੇ, ਉੱਥੇ ਉਹਨਾਂ ਨੇ ਆਪ ਭਾਵੇਂ ਬਾਣੀ ਉਚਾਰਨ ਨਹੀਂ ਕੀਤੀ, ਪਰ ਜੰਗਾਂ ਯੁੱਧਾਂ ਦੇ ਸਮੇਂ ਵੀ ਭਾਈ ਗੋਪਾਲਾ ਜੀ ਵਰਗੇ ਗੁਰਸਿੱਖਾਂ ਨੂੰ ਇਹੀ ਕਿਹਾ ਕਿ ਸਾਨੂੰ ਜਪਜੀ ਸਾਹਿਬ ਦਾ ਸ਼ੁੱਧ ਪਾਠ ਸਰਵਣ ਕਰਾਓ। ਆਓ ਉਸ ਮਹਾਨ ਸਤਿਗੁਰੂ ਜੀ ਦੇ ਪਰ ਉਪਕਾਰਾਂ ਨੂੰ ਗੁਰੂ ਸੰਗਤ ਦੀ ਜੁਗਤ ਦੁਆਰਾ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਇੱਕ ਵਾਰ ਸਾਂਝੇ ਕਰਨ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਸਾਰੇ ਪਾਈਏ। ਪਿਆਰ ਸਹਿਤ ਅਦਬ ਸਹਿਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੀਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ, ਜਿਨ੍ਹਾਂ ਦੀ ਸ਼ਖਸੀਅਤ ਬਹੁਪੱਖੀ ਹੈ, ਉਹਨਾਂ ਦਾ ਪ੍ਰਕਾਸ਼ 1595 ਨੂੰ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ
ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗ੍ਰਹਿ ਵਿਖੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਸਤਿਕਾਰਯੋਗ ਮਾਤਾ ਗੰਗਾ ਜੀ ਦੀ ਪਾਵਨ ਕੁੱਖ ਤੋਂ ਹੋਇਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਭਰੋਸਾ, ਮਾਤਾ ਗੰਗਾ ਜੀ ਦੀ ਸੇਵਾ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵਰਗੇ ਗੁਰਸਿੱਖਾਂ ਦੀਆਂ, ਗੁਰ ਸੰਗਤ ਦੀਆਂ ਅਰਦਾਸਾਂ ਤੇ ਜਦੋਂ ਮਾਲਕ ਨੇ ਤਰੁੱਠ ਕੇ ਬਾਲਕ ਹਰਗੋਬਿੰਦ ਜੀ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਮਾਤਾ ਗੰਗਾ ਜੀ ਨੂੰ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿੱਥੇ ਮਾਲਕ ਦਾ ਸ਼ੁਕਰਾਨਾ ਕਰਦਿਆਂ ਇਹ ਬਚਨ ਉਚਾਰਨ ਕੀਤੇ ਸਨ, ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ। ਉੱਥੇ ਗਰੀਬ ਨਵਾਜ ਜੀ ਨੇ ਪ੍ਰਮਾਤਮਾ ਦੇ ਬਿਰਧ ਦਾ ਵੀ ਜ਼ਿਕਰ ਕੀਤਾ ਕਿ ਉਹ ਪ੍ਰਭੂ ਜਿਹੜਾ ਬੱਚਿਆਂ ਦੀ ਮਾਤਾ ਦੇ ਉਦਰ ਵਿੱਚ ਰੱਖਿਆ ਕਰਦਾ ਹੈ, ਤੇ ਜਦੋਂ ਸਾਡੇ ਧੀਆਂ ਪੁੱਤਰ ਜਨਮ ਲੈ ਕੇ ਸੰਸਾਰ ਤੇ ਆਉਣ ਤੇ ਉਸ ਵੇਲੇ ਵੀ ਸਾਨੂੰ ਸੱਜੇ ਖੱਬੇ ਨਹੀਂ ਝਾਕਣਾ ਚਾਹੀਦਾ ਵੀ ਕਿਤਿਓਂ ਕੋਈ ਰੱਖ ਲੈ ਆਈਏ, ਕਿਤਿਓਂ ਕੋਈ ਧਾਗਾ ਤਵੀਜ ਲੈ ਆਈਏ, ਕਿਤਿਓਂ ਕੋਈ ਤੜਾਗੀ ਲਿਆ ਕੇ ਬੱਚੇ ਦੇ ਲੱਕ ਦੁਆਲੇ ਬੰਨ੍ਹ ਦਈਏ। ਉਦੋਂ ਵੀ ਇਹੀ ਬਚਨ ਕਹਿਣੇ ਚਾਹੀਦੇ ਨੇ, ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੀਂ, ਉੱਥੈ ਤੇਰੀ ਰੱਖ, ਅਗਨੀ ਉਦਰ ਮਾਹੀ। ਕਿ ਜਿਸ ਮਾਲਕ ਨੇ 9-10 ਮਹੀਨੇ ਬੱਚੇ ਦੀ ਰੱਖਿਆ ਮਾਤਾ ਦੇ ਉਦਰ ਵਿੱਚ, ਮਾਤਾ ਦੇ ਪੇਟ ਵਿੱਚ ਕੀਤੀ ਹੈ, ਉਹ ਮਾਲਕ ਇਸ ਦੁਨੀਆ ਦੇ ਵਿੱਚ ਵੀ ਸਾਡੇ ਔਰ ਸਾਡੇ ਬੱਚਿਆਂ ਦਾ ਰਖਵਾਲਾ ਹੈ। ਪ੍ਰਭੂ ਭਗਤਾਂ ਨੂੰ ਪੜ੍ਹ ਲਵੋ, ਭਾਈ ਗੁਰਦਾਸ ਜੀ ਨੂੰ ਪੜ੍ਹ ਲਵੋ, ਸਤਿਗੁਰੂ ਜੀ ਦੀ ਪਵਿੱਤਰ ਬਾਣੀ, ਚਾਹੇ ਉਹ ਭੱਟ ਸਾਹਿਬਾਨ ਵੱਲੋਂ ਉਚਾਰਨ ਕੀਤੀ ਹੈ, ਗੁਰਸਿੱਖਾਂ ਵੱਲੋਂ ਉਚਾਰਨ ਕੀਤੀ ਹੈ, ਚਾਹੇ ਸਤਿਗੁਰੂ ਜੀ ਦੇ ਆਪਣੇ ਬਚਨ ਨੇ, ਸਾਰੇ ਮਹਾਂਪੁਰਖਾਂ ਨੇ ਇੱਕ ਸੁਰ ਵਿੱਚ ਹੋ ਕੇ ਸਾਨੂੰ ਇਹ ਨੁਕਤਾ ਦ੍ਰਿੜ ਕਰਾਇਆ ਹੈ। ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਔਰ ਕੀ ਬਾਤ ਕਹਾਂ ਕਹਿ ਤੋ ਸੋ ਪੇਟ ਹੀ ਕੇ ਪਟ ਬੀਚ ਬਚਾਵੇ। ਆਮ ਕਰਕੇ ਭਗਤ ਧੰਨਾ ਜੀ ਜਿਨ੍ਹਾਂ ਬਾਰੇ ਇਹ ਪ੍ਰਚਲਿਤ ਕੀਤਾ ਵੀ ਉਹਨਾਂ ਨੇ ਪੱਥਰ ਵਿੱਚੋਂ ਰੱਬ ਨੂੰ ਪਾਇਆ, ਇਹ ਚੇਤਾ ਰੱਖਿਓ ਕਿ ਗੁਰਮਤਿ ਨੇ ਪਰਮਾਤਮਾ ਦੀ ਸਰਵ ਵਿਆਪਕਤਾ ਦਾ ਜ਼ਿਕਰ ਕੀਤਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਪਾਣੀ ਵਿੱਚ ਵੀ ਹੈ, ਪਰਮਾਤਮਾ ਪੱਥਰਾਂ ਵਿੱਚ ਵੀ ਹੈ, ਪਰਮਾਤਮਾ ਛੋਟੇ ਜਿਹੇ ਇੱਕ ਅਣੂ ਪਰਮਾਣੂ ਤੋਂ ਲੈ ਕੇ ਆਕਾਸ਼ ਵਿੱਚ ਉੱਡਣ ਵਾਲੇ, ਖੁੱਲੀਆਂ ਉਡਾਰੀਆਂ ਲਾਉਣ ਵਾਲੇ ਪੰਛੀਆਂ ਵਿੱਚ ਵੀ, ਤੇ ਜਿਹਦਾ ਪਰਮਾਤਮਾ ਸਰਬ ਵਿਆਪਕ ਹੈ, ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸਾਚਾ ਸਿਰਜਣਹਾਰ ਜੀਓ। ਪਰ ਕੇਵਲ ਇੱਕ ਥਾਂ ਵੱਲ ਇਸ਼ਾਰਾ ਕਰਨਾ ਵੀ ਸ਼ਾਇਦ ਪਰਮਾਤਮਾ ਉੱਤਰ ਵਿੱਚ ਵਸਦਾ ਹੈ, ਤੇ ਸ਼ਾਇਦ ਕਹਿੰਦੇ ਫਿਰ ਦੱਖਣ ਵਿੱਚ ਕੌਣ ਹੈ। ਜੇ ਕੋਈ ਕਵੇ ਦੱਖਣ ਵਿੱਚ ਵਸਦਾ ਹੈ ਤੇ ਸ਼ਾਇਦ ਕਹਿੰਦੇ ਪੂਰਬ ਪੱਛਮ ਵਿੱਚ ਕੌਣ ਹੈ। ਇਸ ਕਰਕੇ ਗੁਰਮਤਿ ਨੇ ਨਿਰਣਾ ਦਿੱਤਾ, ਚਤਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ। ਕਿ ਜਦੋਂ ਕਿਤੇ ਮਨ ਵਿੱਚ ਇਹ ਪ੍ਰਸ਼ਨ ਪੈਦਾ ਹੋਵੇ ਵੀ ਭਗਤ ਧੰਨਾ ਜੀ ਨੇ ਰੱਬ ਨੂੰ ਕਿੱਥੋਂ ਪਾਇਆ, ਤੇ ਉਹਨਾਂ ਦੀ ਬਾਣੀ ਜ਼ਰੂਰ ਪੜ੍ਹਿਓ। ਉਹਨਾਂ ਦੇ ਜਿਹੜੇ 3 ਆਪਣੇ ਸ਼ਬਦ ਨੇ ਤੇ ਇੱਕ ਮਹੱਲਾ 5ਵਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵਿਆਖਿਆ ਸਰੂਪ ਸ਼ਬਦ ਹੈ। ਜਦੋਂ ਇਹਨਾਂ 4 ਸ਼ਬਦਾਂ ਨੂੰ ਪੜ੍ਹੀਏ ਤੇ ਫਿਰ ਇਸ ਗੱਲ ਦਾ ਪਤਾ ਲੱਗਦਾ ਹੈ, ਧੰਨੈ ਧਨ ਪਾਇਆ ਧਰਣੀ ਧਰ, ਮਿਲ ਜਨ ਸੰਤ ਸਮਾਨਿਆ। ਭਗਤ ਧੰਨਾ ਜੀ ਕਹਿੰਦੇ, ਮੈਂ ਤਾਂ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਮੈਂ ਤਾਂ ਸੰਗਤ ਵਿੱਚੋਂ ਰੱਬ ਨੂੰ ਲੱਭਿਆ। ਤੇ ਜਿਹੜੇ ਗੱਲ ਕਰਨਗੇ ਵੀ ਪੱਥਰਾਂ ਵਿੱਚੋਂ, ਭਗਤ ਧੰਨਾ ਜੀ ਕਹਿੰਦੇ ਜਦੋਂ ਮੈਂ ਰੱਬ ਨੂੰ ਸਰਬ ਵਿਆਪਕ ਹਰ ਥਾਂ ਤੇ ਵੇਖਦਾ, ਤੇ ਫਿਰ ਮੇਰਾ ਰੱਬ ਮੇਰੇ ਨਾਲ ਖੇਤਾਂ ਵਿੱਚ ਜਦੋਂ ਮੈਂ ਗਊਆਂ ਚਾਰਦਾ, ਜਦੋਂ ਮੈਂ ਕਿਆਰੇ ਮੋੜਦਾ, ਜਦੋਂ ਮੈਂ ਖੂਹ ਹੱਕਦਾ, ਇੱਥੇ ਤੱਕ ਕਿ ਉਹ ਮੇਰੇ ਨਾਲ ਖੂਹ ਦੀ
गादी ते बैठ के मेरे नाल क्यारे मोड़न समय हर थां मेरे अंग संग है। ते भगत धन्ना जी ने एक बड़ा बरीक बचन किया, कहन लगे सब तो पहला मैं ਤੁਹਾਡਾ ਸਾਰਿਆਂ ਦਾ ਧਿਆਨ ਤੁਹਾਡੇ ਪਿਛੋਕੜ ਵੱਲ ਦਿਵਾਉਣਾ ਚਾਹੁੰਦਾ ਕਿ ਪ੍ਰਮਾਤਮਾ ਨੂੰ ਸਭ ਤੋਂ ਪਹਿਲਾਂ ਜੇ ਮੰਨਣਾ ਤੇ ਇਸ ਗੱਲ ਨੂੰ ਮੰਨੋ ਕਿ ਜਦੋਂ ਅਸੀਂ ਮਾਤਾ ਦੇ ਪੇਟ ਵਿੱਚ ਸਾਂ ਉੱਥੇ ਉਹ ਸਾਡੇ ਅੰਗ ਸੰਗ ਸੀ। ਭਗਤ ਧੰਨਾ ਜੀ ਦੇ ਕਹਿਣ ਦਾ ਭਾਵ ਵੀ ਮੈਂ ਪ੍ਰਮਾਤਮਾ ਦੇ ਦਰਸ਼ਨ ਮਾਤਾ ਦੇ ਪੇਟ ਵਿੱਚੋਂ ਕਰ ਚੁੱਕਾ, ਕਿਉਂਕਿ ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦੁਆਰਾ, ਦੇ ਆਹਾਰ ਅਗਨ ਮੈਂ ਰਾਖੈ ਐਸਾ ਖਸਮ ਹਮਾਰਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜ਼ਿਕਰ ਕੀਤਾ ਕਿ ਉਦਰੇ ਮਾਏ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ। ਜਦੋਂ ਬਾਲਕ ਨੇ ਮਾਤਾ ਗੰਗਾ ਜੀ ਦੇ ਉਦਰ ਵਿੱਚ ਆ ਕੇ ਨਿਵਾਸ ਕੀਤਾ ਤੇ ਮਾਤਾ ਗੰਗਾ ਜੀ ਦੇ ਮਨ ਵਿੱਚ ਬੜੀ ਖੁਸ਼ੀ, ਬੜਾ ਚਾਅ ਪ੍ਰਗਟ ਹੋਇਆ, ਕਿਉਂਕਿ ਇਹ ਪ੍ਰਮਾਤਮਾ ਦਾ ਵਿਧੀ ਵਿਧਾਨ ਹੈ। ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਮਿਟਿਆ ਸੋਗ ਮਹਾ ਆਨੰਦ ਥੀਆ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ੁਕਰਾਨਾ ਕੀਤਾ ਸੀ, ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ। ਹੁਣ ਜਿੱਥੇ ਇਹ ਸਾਰਾ ਜ਼ਿਕਰ ਕੀਤਾ ਹੈ ਉੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਸੁਖਮਨੀ ਸਾਹਿਬ ਦੇ ਵਿੱਚ ਵੀ ਕਿਰਪਾ ਕੀਤੀ ਹੈ ਕਿ ਭਾਈ ਜੇ ਦਾਤੇ ਨੂੰ ਮਿਲਣਾ ਹੈ ਤੇ ਉਹਦੀਆਂ ਦਾਤਾਂ ਵਿੱਚੋਂ ਉਹਨੂੰ ਲੱਭਣ ਦਾ ਯਤਨ ਕਰੋ। ਗਰੀਬ ਨਵਾਜ ਨੇ ਜਦੋਂ ਸੰਤਾਨ ਰੂਪੀ ਦਾਤ ਦੀ ਗੱਲ ਕੀਤੀ ਤੇ ਉੱਥੇ ਵੀ ਪ੍ਰੇਰਨਾ ਕੀਤੀ ਵੀ ਜਿੱਥੇ ਸੰਤਾਨ ਦੇ ਸੰਸਾਰ ਵਿੱਚ ਜਨਮ ਲੈਣ ਦੀ ਤੁਹਾਡੇ ਮਨਾਂ ਅੰਦਰ ਖੁਸ਼ੀ ਹੈ, ਉੱਥੇ ਸੱਚਮੁੱਚ ਜਿਸ ਮਾਲਕ ਨੇ ਇਹ ਸੰਤਾਨ ਬਖਸ਼ਿਸ਼ ਕੀਤੀ ਹੈ, ਜੇ ਕਿਤੇ ਆਪ ਵੀ ਤੇ ਆਪਣੇ ਧੀਆਂ ਪੁੱਤਰਾਂ ਨੂੰ ਵੀ ਉਸ ਦਾਤੇ ਨਾਲ ਜੋੜ ਦਿਓ, ਫਿਰ ਤੇ ਕਹਿਣਾ ਹੀ ਕੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਕਹਿਣ ਲੱਗੇ, ਜਿੱਥੇ ਪੁੱਤਰ ਦੇ ਪੈਦਾ ਹੋਣ ਨਾਲ ਵੇਲ ਵਧੀ ਹੈ, ਪੀੜੀ ਅੱਗੇ ਤੁਰੀ ਹੈ, ਉੱਥੇ ਧਰਮੀ ਪੁੱਤਰ ਦੇ ਪੈਦਾ ਹੋਣ ਨਾਲ ਧਰਮ ਕਲਾ ਦੇ ਵਿੱਚ ਵੀ ਪਰਪੱਕਤਾ ਆਈ। ਆ ਨੁਕਤਾ ਚੇਤੇ ਰੱਖਣ ਵਾਲਾ ਹੈ। ਦੁਨਿਆਵੀ ਤੌਰ ਤੇ ਪੁੱਤਰ ਧੀਆਂ ਜਨਮ ਲੈਣ ਤੇ ਆਪਾਂ ਕਹਿੰਦੇ ਆ ਵੇਲ ਵਧੀ ਹੈ, ਸਾਡਾ ਸੰਬੰਧ ਸੰਸਾਰ ਨਾਲ ਜੁੜਿਆ, ਸਾਡੀ ਪੀੜੀ ਅੱਗੇ ਤੁਰੀ ਹੈ। ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਇਹ ਬਚਨ ਕਹੇ ਸਨ ਕਿ ਆਮ ਦੁਨਿਆਵੀ ਬੱਚਾ ਜਦੋਂ ਜਨਮ ਲੈ ਕੇ ਆਉਂਦਾ ਹੈ ਨਾ, ਤੇ ਗੁਰੂ ਕੀ ਬਾਣੀ ਵਿੱਚ ਜ਼ਿਕਰ ਹੈ ਕਿ ਉਸ ਬੱਚੇ ਨੂੰ ਸਭ ਤੋਂ ਪਹਿਲਾਂ ਇਹ ਸੋਝੀ ਆਉਂਦੀ ਹੈ ਕਿ ਮੇਰੀ ਖੁਰਾਕ ਕੀ ਹੈ। ਪਹਿਲਾ ਪਿਆਰ ਲੱਗਾ ਥਣ ਦੁੱਧ, ਉਸ ਤੋਂ ਬਾਅਦ ਖੁਰਾਕ ਦੇਣ ਵਾਲਿਆਂ ਨਾਲ ਸੰਬੰਧ ਜੁੜਦਾ ਹੈ, ਦੂਜਾ ਮਾਏ ਬਾਪ ਕੀ ਸੁਧ, ਫਿਰ ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ। ਇਦਾਂ ਕਰਦਿਆਂ ਕਰਦਿਆਂ 10-10 ਸਾਲਾਂ ਦੇ 10 ਪੜਾਅ, ਜੇ 100 ਸਾਲ ਵੀ ਉਮਰ ਮੰਨ ਲਈਏ ਤੇ ਉਹ ਬੱਚਾ ਜਨਮ ਲੈ ਕੇ ਸੰਸਾਰ ਤੇ ਆਇਆ, ਪਾਲ ਪੋਸ ਕੇ ਉਹਨੂੰ ਵੱਡਿਆਂ ਕੀਤਾ, ਪਦਾਰਥਵਾਦੀ ਸੋਚ ਵਿੱਚ ਉਹ ਪ੍ਰਵਿਰਤ ਹੋਇਆ ਤੇ ਇੱਕ ਦਿਨ ਦੁਨੀਆ ਤੋਂ ਉਹ ਕੂਚ ਕਰ ਗਿਆ। ਪਰ ਜਦੋਂ ਧਰਮੀ ਧੀ ਪੁੱਤਰ ਸਾਡੇ ਘਰ ਜਨਮ ਲਵੇਗਾ ਤੇ ਸਾਹਿਬ ਕਹਿੰਦੇ ਉਦੋਂ ਦੁਨਿਆਵੀ ਕੁੱਲ ਤਾਂ ਤੁਰਦੀ ਹੈ, ਗੁਰੂ ਕੁੱਲ ਸਿੱਖੀ ਵਾਲੀ ਕੁੱਲ ਵੀ ਫਿਰ ਨਿਰੰਤਰ ਜਾਰੀ ਰਹਿੰਦੀ ਹੈ। ਜਿਵੇਂ ਅੱਜ ਅਸੀਂ ਸਿੱਖ ਹਾਂ ਤੇ ਸਾਡੇ ਮਾਤਾ ਪਿਤਾ ਸਿੱਖ, ਸਾਡੇ ਦਾਦੇ ਪੜਦਾਦੇ ਸਿੱਖ, ਤੇ ਜੇ ਸਾਡੇ ਧੀਆਂ ਪੁੱਤਰ ਅੱਗੇ ਸਿੱਖ ਨਾ ਬਣੇ ਤੇ ਸਾਡੇ ਘਰਾਂ ਵਿੱਚ ਸਿੱਖੀ ਦੀ ਕੁੱਲ ਤੇ ਰੋਕ ਲੱਗ ਜਾਣੀ। ਸਤਿਗੁਰਾਂ ਨੇ ਆਹ ਨੁਕਤਾ ਸਮਝਾਇਆ ਕਿ ਵਧੀ ਵੇਲ ਬੋ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ। ਜਿੱਥੇ ਵੇਲ ਵਧੀ ਹੈ, ਪੀੜੀ ਅੱਗੇ ਤੁਰੀ ਹੈ, ਉੱਥੇ ਧਰਮੀ ਪੁੱਤਰ ਪੈਦਾ ਹੋਣ ਨਾਲ, ਧਰਮੀ ਸੰਤਾਨ ਪੈਦਾ ਹੋਣ ਨਾਲ ਸੰਸਾਰ ਦੇ ਵਿੱਚ ਵੇਲ ਵਧੀ, ਪੀੜੀ ਅੱਗੇ ਤੁਰੀ ਤੇ ਧਰਮ ਕਲਾ ਦੇ ਵਿੱਚ ਵੀ ਪਰਪੱਕਤਾ ਆਈ, ਕਿਉਂਕਿ ਇਸ ਦਾਤ ਵਿੱਚੋਂ ਵੀ ਉਸ ਦਾਤੇ ਨੂੰ ਵੇਖਿਆ ਤੇ ਦਾਤੇ ਦਾ ਸ਼ੁਕਰਾਨਾ ਕੀਤਾ। ਆਮ ਕਰਕੇ ਦੁਨੀਆਦਾਰ ਲੋਕ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਜਾਂ ਸਾਲ ਪਿੱਛੋਂ ਜਦੋਂ ਜਨਮ ਦਿਨ ਮਨਾਇਆ ਜਾਂਦਾ ਹੈ ਤੇ ਵੇਖੋ ਜਦੋਂ ਦਾਤ ਲੈਣੀ ਹੁੰਦੀ ਹੈ
ਉਦੋਂ ਕਿਹਾ ਜਾਂਦਾ ਹੈ ਵੀ ਜੇ ਕਹੋ ਤੇ ਨੰਗੇ ਪੈਰੀ ਤੁਰ ਕੇ ਅਸੀਂ ਗੁਰੂ ਘਰ ਆ ਸਕਦੇ ਹਾਂ, ਆ ਜਾਈਏ। ਘਰੋਂ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਸਤਿਕਾਰ ਸਹਿਤ ਗੁਰੂ ਘਰ ਲੈ ਆਈਏ। ਸਭ ਕੁਝ ਕਰਨ ਲਈ ਤਿਆਰ। ਤੇ ਜਦੋਂ ਮਾਲਕ ਨੇ ਦਾਤ ਦੇ ਦਿੱਤੀ ਤੇ ਫਿਰ ਕੜਾਹ ਪ੍ਰਸ਼ਾਦ ਦੀ ਦੇਗ ਵੀ ਭੁੱਲ ਜਾਂਦੀ। ਫਿਰ ਕਹਿੰਦੇ ਹੁਣ ਕੇਕ ਕੱਟ ਕੇ ਬੱਚੇ ਦਾ ਜਨਮ ਦਿਨ ਮਨਾਉਣਾ। ਫਿਰ ਗੁਰੂ ਕੀ ਬਾਣੀ ਦਾ ਕੀਰਤਨ ਵੀ ਭੁੱਲ ਜਾਂਦਾ ਹੈ। ਫਿਰ ਇਹ ਕਿਹਾ ਜਾਂਦਾ ਹੈ ਵੀ ਹੁਣ ਡੀਜੇ ਵਜਾ ਕੇ, ਹੁਣ ਨੱਚ ਟੱਪ ਕੇ ਬੱਚੇ ਦੇ ਜਨਮ ਦੀ ਖੁਸ਼ੀ ਮਨਾਉਣੀ ਹੈ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਕਹੇ, ਕਹਿਣ ਲੱਗੇ ਜਦੋਂ ਮਾਤਾ ਗੰਗਾ ਜੀ ਦੇ ਉਦਰ ਵਿੱਚ ਆ ਕੇ ਬਾਲਕ ਨੇ ਨਿਵਾਸ ਕੀਤਾ, ਗੁਰਬਾਣੀ ਸਖੀ ਆਨੰਦ ਗਾਵੇ, ਸਾਚੇ ਸਾਹਿਬ ਕੈ ਮਨ ਭਾਵੇ। ਮਾਤਾ ਗੰਗਾ ਜੀ ਤੇ ਮਾਤਾ ਗੰਗਾ ਜੀ ਦੀਆਂ ਸਖੀਆਂ ਸਹੇਲੀਆਂ ਰਲ ਮਿਲ ਕੇ ਬਾਣੀ ਦਾ ਗਾਇਨ ਕਰਦੀਆਂ ਸਨ। ਅੱਜ ਵੀ ਕਿੰਨਾ ਚੰਗਾ ਹੋਵੇ ਕਿ ਸਿੱਖ ਦੇ ਬੱਚੇ ਦਾ ਆਪਾਂ ਜਨਮ ਦਿਨ, ਬੱਚੇ ਦਾ ਆਨੰਦ ਕਾਰਜ, ਸਾਡੇ ਘਰਾਂ ਵਿੱਚ ਹਰ ਕਾਰਜ ਜਿਹੜਾ ਹੈ ਉਹ ਗੁਰੂ ਕੀ ਬਾਣੀ ਨਾਲ ਜੁੜ ਕੇ ਹੋਵੇ। ਤੇ ਫਿਰ ਕਦੇ ਕਿਸੇ ਨੂੰ ਇਹ ਕਹਿਣ ਦੀ ਲੋੜ ਨਹੀਂ ਪਵੇਗੀ ਵੀ ਵੇਖੋ ਜੀ ਧਰਮ ਵਿੱਚ ਗਿਰਾਵਟ ਆ ਗਈ, ਨਿਘਾਰ ਆ ਗਿਆ। ਕਿਉਂਕਿ ਜਦੋਂ ਦਾਤ ਲੈਣੀ ਹੁੰਦੀ ਆ ਉਦੋਂ ਸਾਨੂੰ ਧਰਮ ਚੇਤੇ ਹੁੰਦਾ, ਉਦੋਂ ਦਾਤਾ ਵੀ ਚੇਤੇ ਹੁੰਦਾ, ਪ੍ਰਮਾਤਮਾ ਨੂੰ ਆਪਾਂ ਚੇਤੇ ਰੱਖਦੇ ਹਾਂ। ਪਰ ਜਦੋਂ ਦਾਤ ਮਿਲ ਜਾਂਦੀ ਹੈ ਤੇ ਫਿਰ ਦੁਨੀਆ ਦੇ ਰੰਗਾਂ ਤਮਾਸ਼ਿਆਂ ਦੇ ਵਿੱਚ ਆਪਾਂ ਖਚਿਤ ਹੋ ਕੇ ਉਸ ਦਾਤੇ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਵਿਸਾਰ ਦਿੰਦੇ ਹਾਂ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਬਚਨ ਕਹੇ, ਕਹਿਣ ਲੱਗੇ ਗੁੱਜੀ ਛੰਨੀ ਨਾਹੀ ਬਾਤ, ਗੁਰ ਨਾਨਕ ਤੁਠਾ ਕੀਨੀ ਦਾਤ। ਵੀ ਇਹਦੇ ਵਿੱਚ ਗੱਲ ਕੋਈ ਲੁਕੋ ਛੁਪੋ ਕੇ ਰੱਖਣ ਵਾਲੀ ਨਹੀਂ। ਸਾਹਿਬ ਨੇ ਸਪਸ਼ਟ ਕਰ ਦਿੱਤਾ ਵੀ ਭਰੋਸਾ ਵਿਸ਼ਵਾਸ ਸਾਡਾ ਹੈ, ਸੇਵਾ ਮਾਤਾ ਗੰਗਾ ਜੀ ਦੀ ਹੈ, ਅਰਦਾਸਾਂ ਬਾਬਾ ਬੁੱਢਾ ਸਾਹਿਬ ਜੀ ਦੇ ਸਮੇਤ ਸਮੁੱਚੀ ਸੰਗਤ ਦੀਆਂ ਨੇ। ਪਰ ਦਾਤ ਜਿਹੜੀ ਹੈ, ਕਿਰਪਾ ਜਿਹੜੀ ਹੈ, ਉਹ ਕੇਵਲ ਨਿਰੰਕਾਰ ਵਾਹਿਗੁਰੂ ਜੀ ਦੀ ਹੈ ਔਰ ਗੁਰੂ ਨਾਨਕ ਸਾਹਿਬ ਜੀ ਦੀ। ਅੱਜ ਵੀ ਜਦੋਂ ਕਿਤੇ ਤੁਸੀਂ ਘਰ ਵਿੱਚ ਕੋਈ ਦਾਤ ਮਿਲੇ ਤੇ ਉਦੋਂ ਕੋਈ ਪੁੱਛੇ ਵੀ ਇਹ ਦਾਤ ਕਿਹਨੇ ਦਿੱਤੀ ਹੈ, ਤੇ ਇਹ ਹੋ ਸਕਦਾ ਵੀ ਅਰਦਾਸ ਭਾਈ ਸਾਹਿਬ ਨੇ ਕੀਤੀ ਹੋਵੇ, ਗੁਰੂ ਸੰਗਤ ਨੇ ਕੀਤੀ ਹੋਵੇ। ਪਰ ਜਿਹੜੀ ਦਾਤ ਹੈ ਉਹ ਦਾਤ ਪਰਮੇਸ਼ਰ ਦੀ ਹੈ, ਦਾਤ ਮੇਰੇ ਸਤਿਗੁਰੂ ਦੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਏਡਾ ਵੱਡਾ ਭਰੋਸਾ, ਬਚਨ ਕਹਿ ਦਿੱਤੇ ਗੁੱਜੀ ਛੰਨੀ। ਗੁੱਜੀ ਤੇ ਛੰਨੀ ਦਾ ਮਤਲਬ ਕੋਈ ਗੱਲ ਲੁਕੀ ਛਿਪੀ ਨਹੀਂ। ਗੁੱਜੀ ਛੰਨੀ ਨਾਹੀ ਬਾਤ, ਗੁਰ ਨਾਨਕ ਤੁਠਾ ਕੀਨੀ ਦਾਤ। ਵੀ ਮੇਰੇ ਗੁਰੂ ਨਾਨਕ ਸਾਹਿਬ ਨੇ ਤੁਰਠ ਕੇ ਇਹ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ। ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ ਤੇ ਉਹਨਾਂ ਦੀ ਪਾਵਨ ਬਾਣੀ ਵਿੱਚੋਂ ਇਹ ਸਪਸ਼ਟ ਹੁੰਦਾ ਹੈ ਵੀ ਦੋ ਤਰ੍ਹਾਂ ਦੀ ਟੇਕ ਹੈ ਸੰਸਾਰ ਵਿੱਚ। ਇੱਕ ਟੇਕ ਹੈ ਮਨੁੱਖ ਦੀ, ਤੇ ਉਹ ਟੇਕ ਬਿਲਕੁਲ ਵਿਅਰਥ ਹੈ। ਮਾਨੁ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ। ਤੇ ਦੂਸਰੀ ਟੇਕ ਹੈ ਪਰਮੇਸ਼ਰ ਦੀ, ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਸਾਹਿਬ ਕਹਿੰਦੇ ਜਿਨੇ ਇੱਕ ਤੇ ਟੇਕ ਰੱਖ ਲਈ, ਜਿਹਦਾ ਇੱਕ ਤੇ ਭਰੋਸਾ ਬਣ ਗਿਆ, ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟਿਐ ਜਮ ਕੀ ਫਾਸਾ। ਇਸ ਕਰਕੇ ਸਾਰੀਆਂ ਆਸਾਂ ਲਾ ਕੇ, ਸਾਰੀਆਂ ਟੇਕਾਂ ਤਿਆਗ ਕੇ ਕੇਵਲ ਇੱਕ ਦੀ ਟੇਕ ਰੱਖਣੀ ਹੈ, ਕੇਵਲ ਇੱਕ ਤੇ ਭਰੋਸਾ ਬਣਾਉਣਾ। ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਬੜੇ ਉਤਰਾਅ ਚੜ੍ਹਾਅ ਆਉਂਦੇ ਨੇ, ਦੁੱਖ ਸੁੱਖ ਆਉਂਦੇ ਨੇ, ਅਮੀਰੀ ਗਰੀਬੀ ਆਉਂਦੀ ਹੈ, ਕਿਧਰੇ ਸਾਨੂੰ ਮਾਨ ਸਨਮਾਨ ਮਿਲਦਾ। ਕਦੇ ਜ਼ਿੰਦਗੀ ਵਿੱਚ ਐਸਾ ਵੀ ਸਮਾਂ ਵੀ ਆਪਾਂ ਕਿਸੇ ਨਾਲ ਧੱਕਾ ਕਰਦੇ ਹਾਂ ਤੇ ਕਦੇ ਸਾਡੇ ਨਾਲ ਵੀ ਧੱਕਾ ਹੋ ਜਾਂਦਾ ਹੈ। ਸਾਹਿਬ ਕਹਿੰਦੇ ਜ਼ਿੰਦਗੀ ਵਿੱਚ ਦੁੱਖ ਆਉਣ, ਸੁੱਖ ਆਉਣ, ਗਰੀਬੀ ਆਵੇ, ਅਮੀਰੀ ਆਵੇ, ਜ਼ਿੰਦਗੀ ਦੇ ਵਿੱਚ ਕੋਈ ਵੀ ਸਮਾਂ ਆਵੇ, ਪਰ ਜਿਹੜੀ ਟੇਕ ਹੈ ਉਹ ਹਮੇਸ਼ਾ ਇੱਕ ਨਿਰੰਕਾਰ ਵਾਹਿਗੁਰੂ ਜੀ ਦੇ ਉੱਪਰ ਰੱਖਣੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਦੋਂ ਪ੍ਰਕਾਸ਼ ਧਾਰਨ ਕੀਤਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਦੇ ਬਚਪਨ ਵੱਲ ਜਦੋਂ ਅਸੀਂ ਇਤਿਹਾਸਕ ਤੌਰ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਨੇ ਕਿ ਵੱਡੀ ਆਰਜਾ ਹਰਗੋਬਿੰਦ ਕੀ। ਔਰ ਵੱਡੀ ਆਰਜਾ ਦਾ ਮਤਲਬ ਵੀ ਵੇਖੋ,
ਵੀ ਜਦੋਂ ਅਸੀਂ ਗੁਰੂ ਇਤਿਹਾਸ ਪੜ੍ਹਦੇ ਹਾਂ ਨਾ, ਤੇ ਸਭ ਤੋਂ ਲੰਮੇਰੀ ਉਮਰ ਹੈ ਗੁਰੂ ਅਮਰਦਾਸ ਜੀ ਦੀ 95 ਸਾਲ। ਉਸ ਤੋਂ ਬਾਅਦ 70 ਸਾਲ 5 ਮਹੀਨੇ ਗੁਰੂ ਨਾਨਕ ਸਾਹਿਬ ਜੀ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕੁੱਲ ਸਰੀਰਕ ਉਮਰ 42 ਸਾਲ ਦੀ ਹੈ। ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 1595 ਵਿੱਚ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ, ਤੇ 1644 ਵਿੱਚ ਸਤਿਗੁਰੂ ਜੀ ਜੋਤੀ ਜੋਤ ਸਮਾਉਂਦੇ ਨੇ। 44 ਦੇ ਵਿੱਚ 5 ਆਪਾਂ ਜੋੜ ਲਈਏ ਤੇ ਤਕਰੀਬਨ 49 ਕੁ ਸਾਲ ਉਮਰ ਬਣਦੀ ਹੈ। ਆਪਾਂ ਕਈ ਵਾਰ ਘਰਾਂ ਦੇ ਵਿੱਚੋਂ 100 ਸਾਲ ਦਾ ਵੀ ਬਜ਼ੁਰਗ ਤੁਰਨ ਲੱਗੇ ਤੇ ਆਪਾਂ ਕਹਿੰਦੇ ਵੀ ਅਜੇ ਉਮਰ ਨਹੀਂ ਸੀ ਤੁਰਨ ਦੀ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕੁੱਲ ਉਮਰ 49 ਸਾਲ। ਤੇ ਏਡੀ ਉਮਰ ਨੂੰ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਮਾਲਕ ਜੀ ਤੇਰੀ ਕਿੱਡੀ ਕਿਰਪਾ ਹੈ ਵੀ ਵੱਡੀ ਆਰਜਾ ਹਰਗੋਬਿੰਦ ਕੀ, ਮੇਰੇ ਪੁੱਤਰ ਦੀ ਬੜੀ ਲੰਮੀ ਉਮਰ ਹੈ ਵੀ 49 ਸਾਲ। ਇੰਨੀ ਉਮਰ, ਕਿਉਂਕਿ ਦੁਨਿਆਵੀ ਤੌਰ ਤੇ ਅਸੀਂ ਵੇਖੀਏ ਕਿ ਕਿਸੇ ਉਮਰ ਦੇ ਵਿੱਚ ਵੀ ਜਦੋਂ ਬੰਦਾ ਤੁਰਨ ਲੱਗਦਾ ਹੈ ਨਾ, ਰੱਬ ਦਾ ਸੱਦਾ ਆਉਂਦਾ ਹੈ, ਤੇ ਕੋਈ ਵੀ ਦੁਨੀਆ ਦਾ ਮਨੁੱਖ ਇਹ ਨਹੀਂ ਚਾਹੁੰਦਾ ਵੀ ਮੈਨੂੰ ਹੁਣ ਸੱਦਾ ਆਵੇ, ਮੈਂ ਇਸ ਦੁਨੀਆ ਤੋਂ ਕੂਚ ਕਰਾਂ। ਪਰ ਗੁਰੂ ਜੋਤ ਦਾ ਇਤਿਹਾਸ ਪੜ੍ਹੋ, 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ 8 ਸਾਲ ਦੀ ਉਮਰ ਦੇ ਵਿੱਚ ਜੋਤੀ ਜੋਤ ਸਮਾਏ। ਪਰ ਜਦੋਂ ਅਸੀਂ ਉਮਰ ਵੱਲ ਵੇਖਾਂਗੇ, ਸਰੀਰਕ ਹਿਆਤੀ ਵੱਲ ਵੇਖਾਂਗੇ, ਤੇ ਇੰਜ ਲੱਗੇਗਾ ਉਮਰ ਛੋਟੀ ਵੀ ਹੈ ਵੱਡੀ ਵੀ ਹੈ। ਪਰ ਸੱਚਮੁੱਚ ਕਰੂੰਬਲਾਂ ਭਾਵੇਂ ਛੋਟੀਆਂ ਵੀ ਹੋਣ, ਪਰ ਜਦੋਂ ਜੜ੍ਹਾਂ ਵੱਲ ਝਾਤ ਮਾਰਾਂਗੇ ਨਾ, ਵੀ ਜੜ੍ਹਾਂ ਗੁਰੂ ਨਾਨਕ ਸਾਹਿਬ ਨੇ, ਉਹਨਾਂ ਜੜ੍ਹਾਂ ਉੱਪਰ, ਉਸ ਬੇਸ ਉੱਪਰ ਹੀ ਮੰਨ ਲਓ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਜੋਤ 오ਹਾ ਜੁਗਤ ਸਾਇਸ਼ ਹੈ, ਕਾਇਆ ਫੇਰ ਪਲਟੀਆ। ਜੋਤ ਵੀ ਉਹੀ ਰਹੀ, ਜੁਗਤ ਵੀ ਉਹੀ ਰਹੀ, ਕੇਵਲ ਇੱਕ ਸਰੀਰ ਕਾਇਆ ਪਲਟਦੀ ਰਹੀ। ਜੋਤ ਵਿੱਚ ਤੇ ਜੁਗਤ ਵਿੱਚ ਕੋਈ ਫਰਕ ਨਹੀਂ ਪਿਆ। ਅੱਜ ਵੀ ਜਦੋਂ ਆਪਾਂ ਅਰਦਾਸ ਕਰਦੇ ਹਾਂ ਤੇ ਬਚਨ ਕਹਿੰਦੇ ਹਾਂ, 10 ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਪਾਤਸ਼ਾਹੀਆਂ 10, ਟਿਕਾਣੇ 10, ਪਰ ਜੋਤ ਇੱਕੋ ਹੀ ਹੈ, ਜੋਤਾਂ 10 ਨਹੀਂ। ਸਾਡਾ ਗੁਰੂ ਇੱਕੋ ਹੀ ਹੈ, ਉਹ ਗੁਰੂ ਹੈ ਸ਼ਬਦ, ਉਹ ਹੈ ਗੁਰੂ ਗਿਆਨ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਤੇ ਇਹੀ ਜੋਤ ਅੱਗੇ ਗੁਰੂ ਅੰਗਦ ਦੇਵ ਜੀ ਵਿੱਚ ਬਿਰਾਜਮਾਨ ਹੋਈ। ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੈ ਜੋਤ ਜਗਾਈ। ਫਿਰ ਗੁਰ ਬੈਠਾ ਅਮਰ ਸਰੂਪ ਹੋਏ, ਗੁਰਮੁਖ ਪਾਈ ਦਾਤ ਅਲਾਈ, ਦਾਤ ਜੋਤ ਖਸਮੈ ਵਡਿਆਈ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤ ਸਰਵੇ ਜੋਤ ਜਗਾਵੈ। ਇਸੇ ਤਰ੍ਹਾਂ ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜੁਨ ਮਾਹੇ ਧਰੀ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਸ਼ੀਰੀ ਲਵਾਈ ਦੀਵੇ ਤੇ ਜਿਉਂ ਦੀਵਾ ਬਲਿਆ, ਭਾਵ ਗੁਰੂ ਗਿਆਨ ਰੂਪੀ ਦੀਪਕ ਤੋਂ ਅੱਗੇ ਰੋਸ਼ਨ ਹੁੰਦੇ ਗਏ। ਤੇ ਭਾਈ ਗੁਰਦਾਸ ਜੀ ਨੇ ਇਹ ਵੀ ਬਚਨ ਕਹੇ, ਦਸਤਗੀਰ ਹੋਏ 5 ਪੀਰ, ਹਰ ਗੁਰ ਹਰ ਗੋਬਿੰਦ ਅਤੋਲਾ। ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ। ਦਸਤ ਕਹਿੰਦੇ ਨੇ ਹੱਥ ਨੂੰ, ਤੇ ਗੀਰ ਦਾ ਅਰਥ ਹੁੰਦਾ ਪਕੜ। ਹੱਥ ਨੂੰ ਹੱਥ ਵਿੱਚ ਪਕੜਨਾ, ਇਹਨੂੰ ਦਸਤਗੀਰੀ ਕਹਿੰਦੇ। ਵੀ ਇੰਜ ਕਹਿ ਲਵੋ ਵੀ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਜੀ ਦਾ ਹੱਥ ਫੜਿਆ, ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਦਾ, ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਦਾ, ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਸਾਹਿਬ ਜੀ ਦਾ, ਤੇ ਗੁਰੂ ਅਰਜਨ ਸਾਹਿਬ ਜੀ ਨੇ ਅੱਗੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਦਸਤਗੀਰ ਹੋਏ 5 ਪੀਰ, ਸੀਰੀਅਲ ਵੀ ਇੱਕ ਦੂਜੇ ਨਾਲ ਜੁੜੇ ਹੋਏ ਨੇ, ਜੋਤ ਵੀ ਉਹੀ ਜੁਗਤ ਵੀ ਉਹੀ। ਦਸਤਗੀਰ ਹੋਏ 5 ਪੀਰ, ਹਰ ਗੁਰ ਹਰ ਗੋਬਿੰਦ ਅਤੁਲਾ। ਪਰ ਬਾਬੇ ਪ੍ਰਿਥੀ ਚੰਦ ਦਾ ਯਤਨ ਸੀ, ਦਾਈ ਫਤੋ ਨੂੰ ਜਦੋਂ ਭੇਜਿਆ ਤੇ ਕਹਿੰਦੇ ਬਾਲਕ ਹਰਗੋਬਿੰਦ ਜੀ ਨੇ ਦੁੱਧ ਪੀਣ ਤੋਂ ਇਨਕਾਰ ਕਰ ਦਿੱਤਾ। ਉਲਟਾ ਉਸ ਦਾਈ ਦੇ ਅਸਤਨਾ ਉੱਪਰ, ਛਾਤੀ ਉੱਪਰ ਜ਼ਹਿਰ ਦਾ ਇਹੋ ਜਿਹਾ ਮਾਰੂ ਅਸਰ ਹੋਇਆ ਕਿ ਉਸੇ ਵੇਲੇ ਉਹ ਜ਼ਹਿਰ ਨੂੰ ਨਾ ਸਹਾਰਦੀ ਹੋਈ ਇਸ ਦੁਨੀਆ ਤੋਂ ਕੂਚ ਕਰ ਗਈ। ਕਿਉਂਕਿ ਜਿਹੜੀ ਬਾਬੇ ਪ੍ਰਿਥੀ ਚੰਦ ਦੇ ਕਹਿਣ ਤੇ ਬਾਲਕ ਹਰਗੋਬਿੰਦ ਜੀ ਦੀ ਲੀਲਾ ਸਮਾਪਤ ਕਰਨ ਲਈ ਆਈ ਸੀ, ਉਹਨੂੰ ਇਹ ਨਹੀਂ ਪਤਾ ਵੀ ਮੇਰੀ ਅੱਜ ਆਪਣੀ ਲੀਲਾ ਜਿਹੜੀ ਹੈ ਉਹ ਸਮਾਪਤ ਹੋ ਜਾਣੀ।
ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਹੋਰ ਪਰਉਪਕਾਰ ਕੀਤੇ ਨੇ ਮਨੁੱਖਤਾ ਤੇ, ਬਹੁਤ ਸਾਰੇ ਕੁਰਾਏ ਪਏ ਲੋਕਾਂ ਨੂੰ ਸੱਚ ਦਾ ਮਾਰਗ ਦਿਖਾਇਆ। ਉੱਥੇ ਜਦੋਂ ਨੂਰ ਸ਼ਾਹ ਵਰਗੀ ਜਾਦੂਗਰਨੀ ਜਿਹੜੀ ਸੱਚ ਦਾ ਮਾਰਗ ਛੱਡ ਕੇ, ਸਿਮਰਨ ਦਾ ਰਸਤਾ ਛੱਡ ਕੇ ਜਾਦੂ ਟੂਣੇ ਧਾਗੇ ਤਵੀਤਾਂ ਵਾਲੇ ਪਾਸੇ ਤੁਰਦੀ ਹੈ, ਤੇ ਗੁਰੂ ਨਾਨਕ ਸਾਹਿਬ ਕੇਵਲ ਇੰਨਾ ਬਚਨ ਕਹਿੰਦੇ ਨੇ, ਬੀਬਾ ਤੇਰੇ ਅੰਦਰ ਦੀ ਔਰਤ ਕਿੱਥੇ ਚਲੀ ਗਈ? ਵੀ ਔਰਤ ਵਿੱਚ ਤਾਂ ਖਿਮਾ ਵਾਲਾ ਗੁਣ ਹੁੰਦਾ ਹੈ, ਵਧੀਕੀ ਸਹਾਰ ਕੇ ਵੀ ਉਹ ਦੂਜਿਆਂ ਨੂੰ ਖਿਮਾ ਕਰ ਦਿੰਦੀ ਹੈ। ਔਰਤ ਵਿੱਚ ਮਮਤਾ ਹੁੰਦੀ ਹੈ, ਉਹ ਜਿੱਥੇ ਆਪਣੇ ਬੱਚਿਆਂ ਦਾ ਦੁੱਖ ਨਹੀਂ ਵੇਖਦੀ, ਉਹਦੇ ਸਾਹਮਣੇ ਕਦੇ ਕਿਸੇ ਦੂਸਰੇ ਦੇ ਬੱਚੇ ਨੂੰ ਦੁੱਖ ਆਵੇ ਤੇ ਮਾਂ ਉਸੇ ਵੇਲੇ ਅੰਦਰੋਂ ਕਲਪ ਜਾਂਦੀ ਹੈ। ਸਾਹਿਬ ਕਹਿਣ ਲੱਗੇ, ਤੇਰੇ ਅੰਦਰ ਦੀ ਮਾਂ ਕਿੱਥੇ ਗਈ ਹੈ? ਤੂੰ ਦੂਜਿਆਂ ਦੇ ਬੱਚਿਆਂ ਨੂੰ ਧਾਗੇ ਤਵੀਤ ਜਾਦੂ ਟੂਣਿਆਂ ਦੇ ਨਾਲ ਖਤਮ ਕਰਨ ਵਾਲੇ ਪਾਸੇ ਤੁਰ ਪਈ। ਭਾਵ ਨੂਰ ਸ਼ਾਹ ਜਾਦੂਗਰਨੀ ਨੇ ਤੋਬਾ ਕੀਤੀ ਸੀ ਕਿ ਅੱਜ ਤੋਂ ਬਾਅਦ ਮੈਂ ਇਸ ਪਾਸੇ ਨਹੀਂ ਤੁਰਾਂਗੀ, ਕਿਉਂਕਿ ਇਤਿਹਾਸ ਗਵਾਹ ਹੈ, ਜਦੋਂ ਵੀ ਕੋਈ ਮਾਂ ਭੈਣ ਸਿਮਰਨ ਦਾ ਰਸਤਾ ਛੱਡ ਕੇ ਭੂਤਾਂ ਪ੍ਰੇਤਾਂ ਧਾਗੇ ਤਵੀਤਾਂ ਵਾਲੇ ਰਸਤੇ ਤੇ ਤੁਰੇ ਨੇ, ਆਖਰ ਇੱਕ ਦਿਨ ਉਹਨਾਂ ਤਾਂਤਰਿਕਾਂ ਦਾ, ਉਹਨਾਂ ਧਾਗੇ ਤਵੀਤਾਂ ਦਾ, ਉਹਨਾਂ ਭੂਤਾਂ ਪ੍ਰੇਤਾਂ ਵਾਲਿਆਂ ਦਾ ਐਸਾ ਉਲਟਾ ਅਸਰ ਜਾਂਦਾ ਹੈ ਵੀ ਜਿਹੜੇ ਦੂਜਿਆਂ ਦੇ ਘਰ ਬਰਬਾਦ ਕਰਨ ਲਈ ਤੁਰਦੇ ਨੇ, ਜਿਵੇਂ ਅੱਗ ਲੱਗੀ ਹੋਵੇ ਤੇ ਹਵਾ ਦਾ ਰੁਖ ਬਦਲ ਜੇ, ਉਹੀਓ ਅੱਗ ਕਈ ਵਾਰ ਆਪਣੇ ਘਰਾਂ ਨੂੰ ਆਣ ਕੇ ਸਾੜ ਕੇ ਰਾਖ ਕਰਕੇ ਰੱਖ ਦਿੰਦੀ ਹੈ। ਕਦੇ ਅਖਬਾਰਾਂ ਵਿੱਚ ਪੜ੍ਹਿਆ ਕਰੋ ਕਿ ਤਾਂਤਰਿਕਾਂ ਨੇ ਕਿਵੇਂ ਘਰ ਬਰਬਾਦ ਕੀਤੇ, ਤੇ ਜਦੋਂ ਬਾਬੇ ਪ੍ਰਿਥੀ ਚੰਦ ਦੇ ਕਹਿਣ ਤੇ ਦਾਈ ਪੱਤੋ ਦੀ ਇਸ ਤਰ੍ਹਾਂ ਦੀ ਸਾਰੀ ਜਿਹੜੀ ਅਵਸਥਾ ਸੀ ਉਹ ਸੰਗਤਾਂ ਦੇ ਸਾਹਮਣੇ ਪ੍ਰਗਟ ਹੋ ਗਈ। ਉਸ ਤੋਂ ਬਾਅਦ ਫਿਰ ਬਾਬੇ ਪ੍ਰਿਥੀ ਚੰਦ ਨੇ ਸੋਚਿਆ ਵੀ ਹੁਣ ਇੱਕ ਸਪੇਰਾ ਭੇਜਦੇ ਆ, ਜਦੋਂ ਜ਼ਹਿਰੀਲਾ ਸੱਪ ਬਾਲਕ ਹਰਗੋਬਿੰਦ ਜੀ ਨੂੰ ਡੰਗ ਮਾਰੇਗਾ ਤੇ ਫਿਰ ਉਸ ਜ਼ਹਿਰ ਦਾ ਅਸਰ ਹੋਣਾ ਹੈ। ਪਰ ਕੀ ਪਤਾ ਸੀ, ਜਦੋਂ ਸਪੇਰਾ ਸੱਪ ਲੈ ਕੇ ਆਇਆ, ਜ਼ਹਿਰੀਲਾ ਸੱਪ ਛੱਡਿਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਹੱਥਾਂ ਵਿੱਚ ਸੱਪ ਦੀ ਸਿਰੀ ਨੂੰ ਇੰਨਾ ਘੁੱਟ ਕੇ ਪਕੜਿਆ ਕਿ ਪਟਕਾ ਕੇ ਧਰਤੀ ਤੇ ਮਾਰਿਆ ਤੇ ਸੱਪ ਦੀ ਲੀਲਾ ਖਤਮ ਕਰ ਦਿੱਤੀ। ਸੱਚ ਜਾਣਿਓ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ ਦੀ ਅਸਲ ਵਿੱਚ ਇਹ ਸ਼ੁਰੂਆਤ ਸੀ। ਉਸ ਤੋਂ ਬਾਅਦ ਇੱਕ ਰਸੋਈਆ ਬ੍ਰਾਹਮਣ, ਕਿਉਂਕਿ ਬ੍ਰਾਹਮਣ ਅਮੀਰ ਵੀ ਹੁੰਦੇ ਨੇ ਤੇ ਗਰੀਬ ਵੀ ਹੁੰਦੇ ਨੇ, ਐਸੇ ਵੀ ਨੇ ਜਿਹੜੇ ਲੋਕਾਂ ਦੇ ਘਰਾਂ ਵਿੱਚ ਰਸੋਈਆਂ ਦਾ ਕੰਮ ਕਰਦੇ ਨੇ। ਇੱਕ ਰਸੋਈਏ ਬ੍ਰਾਹਮਣ ਨੂੰ ਕਿਹਾ ਕਿ ਤੂੰ ਦਹੀਂ ਵਿੱਚ ਜ਼ਹਿਰ ਮਿਲਾ ਕੇ ਬਾਲਕ ਹਰਗੋਬਿੰਦ ਜੀ ਨੂੰ ਖਵਾਉਣੀ ਹੈ। ਪਰ ਜਦੋਂ ਬਾਲਕ ਹਰਗੋਬਿੰਦ ਜੀ ਨੇ ਦਹੀਂ ਖਾਣ ਤੋਂ ਇਨਕਾਰ ਕਰ ਦਿੱਤਾ ਤੇ ਉਸੇ ਵੇਲੇ ਉਸ ਰਸੋਈਏ ਬ੍ਰਾਹਮਣ ਦੇ ਪੇਟ ਵਿੱਚ ਐਸਾ ਸੂਲ ਉੱਠਿਆ ਕਿ ਤੜਫ ਤੜਫ ਕੇ ਉਹਨੇ ਸੰਗਤ ਦੇ ਵਿੱਚ ਆਪਣੇ ਪ੍ਰਾਣ ਤਿਆਗ ਦਿੱਤੇ। ਤੇ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਦੋਂ ਵੀ ਇਹ ਬਚਨ ਕਹੇ ਸਨ, ਲੇਪ ਨਾ ਲਾਗੋ ਤਿਲਕਾ ਮੂਲ ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਕਹਿੰਦੇ ਵੇਖੋ, ਦੁਸ਼ਟ ਰਸੋਈਆ ਜਿਹੜਾ ਮੇਰੇ ਪੁੱਤਰ ਨੂੰ ਜ਼ਹਿਰ ਦੇ ਕੇ ਮਾਰਨਾ ਚਾਹੁੰਦਾ ਸੀ, ਉਹਨੂੰ ਤਾਂ ਸੂਲ ਪਿਆ, ਉਹ ਤਾਂ ਸੰਗਤ ਦੇ ਵਿੱਚ ਤੜਪ ਤੜਪ ਕੇ ਮਰ ਗਿਆ, ਪਰ ਮੇਰੇ ਪੁੱਤਰ ਨੂੰ ਪਰਮਾਤਮਾ ਨੇ ਕੋਈ ਲੇਪ ਨਹੀਂ ਆਉਣ ਦਿੱਤਾ, ਕੋਈ ਆਂਚ ਨਹੀਂ ਆਉਣ ਦਿੱਤੀ, ਮਾਲਕ ਨੇ ਰੱਖਿਆ ਕੀਤੀ। ਜਦੋਂ ਸੀਤਲਾ ਦਾ ਰੋਗ ਸੰਸਾਰ ਦੇ ਵਿੱਚ ਬੜਾ ਫੈਲ ਚੁੱਕਾ ਸੀ ਮਹਾਮਾਰੀ ਦੇ ਰੂਪ ਵਿੱਚ, ਅੱਜ ਵੀ ਅਸੀਂ ਵੇਖਦੇ ਹਾਂ ਕਿ ਕਰੋਨਾ ਇੱਕ ਬੜੀ ਵੱਡੀ ਮਹਾਮਾਰੀ ਸੀ, ਪਰ ਇਹਦੇ ਪ੍ਰਭਾਵ ਹੇਠ ਕੀ ਕੁਝ ਹੋਇਆ, ਕਈਆਂ ਨੂੰ ਤਾਂ ਬਿਨਾਂ ਕਾਰਨ ਵੀ ਆਪਣੀਆਂ ਜਾਨਾਂ ਜਿਹੜੀਆਂ ਸਾਨੂੰ ਗਵਾਉਣੀਆਂ ਪਈਆਂ। ਉਸ ਵੇਲੇ ਵੀ ਇਸ ਤਰ੍ਹਾਂ ਹੋ ਰਿਹਾ ਸੀ ਕਿ ਜਦੋਂ ਇਹ ਜਿਹੜੀ ਸੀਤਲਾ, ਜਿਹਨੂੰ ਲੋਕੀ ਚੇਚਕ ਕਹਿੰਦੇ ਨੇ, ਇੱਕ ਰੋਗ ਸੀ, ਇੱਕ ਤਾਪ ਸੀ, ਇੱਕ ਬਿਮਾਰੀ ਸੀ, ਪਰ ਭਾਰਤ ਦੇ ਅੰਦਰ ਜਿੱਥੋਂ ਕੁਝ ਮਿਲੇ ਉਹਨੂੰ ਵੀ ਦੇਵਤਾ ਕਹਿ ਕੇ ਪੂਜਿਆ ਗਿਆ, ਕਿ ਜਿੱਥੋਂ ਡਰ ਲੱਗੇ ਉਹਨੂੰ ਵੀ ਦੇਵਤਾ ਕਹਿ ਕੇ ਉਹਦੀ ਪੂਜਾ ਕੀਤੀ ਗਈ। ਗਰੀਬ ਨਵਾਜ ਨੇ ਜਦੋਂ ਇੱਥੋਂ ਦੇ ਲੋਕਾਂ ਦੀ ਹਾਲਤ ਵੇਖੀ ਵੀ ਇੱਥੋਂ ਦੇ ਲੋਕ ਪਾਣੀ ਨੂੰ ਵੀ ਦੇਵਤਾ, ਬਸੰਤਰ ਨੂੰ ਵੀ ਦੇਵਤਾ, ਸੂਰਜ ਨੂੰ ਵੀ ਦੇਵਤਾ, ਚੰਦਰਮਾ ਨੂੰ ਵੀ ਦੇਵਤਾ, ਇੱਥੇ ਤੱਕ ਅੱਗ ਨੂੰ ਵੀ ਦੇਵਤਾ, ਤੇ ਹਾਲਾਤ ਇੱਥੇ ਤੱਕ ਚਲੇ ਗਏ ਜ਼ਹਿਰੀਲੇ ਸੱਪ ਨੂੰ ਵੀ ਨਾਗ ਦੇਵਤਾ। ਸਾਹਿਬ ਕਹਿਣ ਲੱਗੇ, ਨਹੀਂ ਭਲਿਓ, ਦੇਵਤੇ ਤੇ ਤੁਸੀਂ ਹੋ, ਤੁਸੀਂ ਇਸ ਧਰਤੀ ਦੇ ਦੇਵਤੇ ਹੋ, ਇਹ ਸਾਰਾ ਕੁਝ ਤੁਹਾਡੀਆਂ ਸਹੂਲਤਾਂ ਨੇ,
ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ। ਕਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਤੁਸੀਂ ਪਾਣੀ ਪੀਂਦਿਆਂ ਹਵਾ ਦੁਆਰਾ ਸਵਾਸ ਲੈਂਦਿਆਂ ਅੱਗ ਤੋਂ ਕੰਮ ਕਰਾਉਂਦਿਆਂ ਜੁੜਨਾ ਪਰਮੇਸ਼ਰ ਨਾਲ ਸੀ। ਧਰਤੀ ਰੂਪੀ ਧਰਮਸ਼ਾਲਾ ਵਿੱਚ ਇਹ ਦਾਤਾਂ ਵਰਤਨੀਆਂ ਸਨ, ਪਰ ਹੋਇਆ ਕਿ ਤੁਸੀਂ ਰੱਬ ਤੋਂ ਟੁੱਟ ਕੇ ਤੁਸੀਂ ਸੂਰਜ ਦੇ ਅਧੀਨ ਹੋ ਗਏ। ਤੁਹਾਨੂੰ ਪਾਣੀ ਦੀ ਵੀ ਪੂਜਾ ਕਰਨੀ ਪਈ, ਤੁਸੀਂ ਅੱਗ ਨੂੰ ਵੀ ਪੂਜ ਰਹੇ ਹੋ। ਕਿਉਂ ਨਾ ਹੋਵੇ ਕਿ ਤੁਸੀਂ ਕੇਵਲ ਇੱਕ ਨੂੰ ਪੂਜੋ ਕਿ ਤੁਹਾਨੂੰ ਸਮਝ ਆ ਸਕੇ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤ ਨਾ ਹਨ। ਹੁਣ ਚੇਚਕ ਇੱਕ ਬਿਮਾਰੀ ਸੀ, ਇੱਕ ਤਾਪ ਸੀ, ਪਰ ਲੋਕਾਂ ਨੇ ਇਹਨੂੰ ਵੀ ਸ਼ੀਤਲਾ ਕਿਹਾ। ਤੇ ਇੱਥੇ ਤੱਕ ਜਦੋਂ ਕਿਸੇ ਦੇ ਤਨ ਤੇ ਚੇਚਕ ਨਿਕਲਦੀ ਸੀ ਕਹਿੰਦੇ ਸੀ ਸ਼ੀਤਲਾ ਦੀ ਪੂਜਾ ਕਰੋ। ਜਦੋਂ ਬਾਲਕ ਹਰਗੋਬਿੰਦ ਜੀ ਦੇ ਤਨ ਤੇ ਚੇਚਕ ਨਿਕਲੀ ਤੇ ਕਈ ਕੱਚੇ ਪਿੱਲੇ ਆ ਕੇ ਕਹਿਣ ਲੱਗੇ ਜੀ ਸ਼ੀਤਲਾ ਦੀ ਆਰਾਧਨਾ ਕਰਨੀ ਚਾਹੀਦੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਰੀ ਸੰਗਤ ਨੂੰ ਪ੍ਰੇਰਨਾ ਕਰਕੇ ਸਮਝਾਇਆ ਵੀ ਜਿੱਥੇ ਤਾਂ ਸਰੀਰਕ ਤੌਰ ਤੇ ਉੱਥੇ ਜਿਹੜੇ ਚੰਗੇ ਵੈਦ ਨੇ, ਚੰਗੇ ਡਾਕਟਰ ਨੇ, ਉਹਨਾਂ ਤੋਂ ਰਾਏ ਲੈ ਕੇ ਉਹਨਾਂ ਦੇ ਮੁਤਾਬਕ ਜਿਹੜੀ ਉਹ ਔਸ਼ਧੀ ਮੈਡੀਸਨ ਦਵਾਈ ਦੇਣ, ਇਵੇਂ ਸਰੀਰਾਂ ਦਾ ਇਲਾਜ ਕਰਨਾ ਚਾਹੀਦਾ। ਕਿ ਜਿੱਥੇ ਅਧਿਆਤਮਿਕ ਤੌਰ ਤੇ ਆ ਉੱਥੇ ਦੁਆ ਜਾਂ ਬੇਨਤੀ ਜਾਂ ਪੂਜਾ ਅਰਦਾਸ ਜਿਹੜੀ ਹੈ ਉਹ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਰਨੀ ਹੈ। ਕਿਉਂਕਿ 10 ਪਾਤਸ਼ਾਹੀਆਂ ਨੇ ਜਿੱਥੇ ਸਾਡੇ ਤੇ ਹੋਰ ਪਰਉਪਕਾਰ ਕੀਤੇ ਉੱਥੇ 1469 ਤੋਂ ਲੈ ਕੇ 1708 ਤੱਕ ਸਤਿਗੁਰਾਂ ਨੇ ਵੈਦ ਹਰਦਾਸ ਤੇ ਵੈਦ ਸੁਜਾਨ ਸਿੰਘ ਸਾਨੂੰ ਬਖਸ਼ਿਸ਼ ਕੀਤੇ। ਜਦੋਂ ਸਿੱਖੀ ਦਾ ਸਫ਼ਰ ਤੁਰਦਾ ਹੈ ਨਾ, ਸਿੱਖੀ ਦਾ ਸਫ਼ਰ ਜਿੱਥੇ ਸ਼੍ਰੀ ਨਨਕਾਣਾ ਸਾਹਿਬ ਤੋਂ ਲੈ ਕੇ ਸ਼੍ਰੀ ਹਜੂਰ ਸਾਹਿਬ ਤੱਕ ਹੈ, ਜਿੱਥੇ ਰਬਾਬ ਤੋਂ ਲੈ ਕੇ ਨਗਾਰੇ ਤੱਕ ਹੈ। ਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮੀਰੀ ਪੀਰੀ ਦੀਆਂ 2 ਕਿਰਪਾਨਾਂ ਧਾਰਨ ਕੀਤੀਆਂ। ਇਹ ਵੀ ਸਿੱਖੀ ਦਾ ਸਫ਼ਰ। ਕਬ ਕਲ ਸੁਜਸ ਗਾਵੋਂ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ। ਕਦੇ ਇਹ ਰਾਜ ਜੋਗ ਦਾ ਰੂਪ, ਕਦੇ ਮੀਰੀ ਪੀਰੀ ਤੇ ਕਦੇ ਸੰਤ ਸਿਪਾਹੀ। 1469 ਤੋਂ ਲੈ ਕੇ 1708 ਤੱਕ ਜਦੋਂ ਅਸੀਂ ਸਫ਼ਰ ਵੇਖਾਂਗੇ, ਇਹ ਸਫ਼ਰ ਅਸਲ ਵਿੱਚ ਚਰਨ ਪੌਲ ਤੋਂ ਲੈ ਕੇ ਖੰਡੇ ਦੀ ਪੌਲ ਤੱਕ ਦਾ ਸਫ਼ਰ। ਤੇ ਇਹ ਸਫ਼ਰ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ ਤੋਂ ਲੈ ਕੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਹਿਬ ਤੱਕ ਦਾ ਸਫ਼ਰ। ਆਹ ਸਾਡੀ ਮੰਜ਼ਿਲ ਹੈ। ਭਾਵੇਂ ਆਪਾਂ ਭਟਕ ਗਏ ਆ ਜਾਂ ਭਟਕ ਜਾਈਏ ਵੱਖਰੀ ਗੱਲ ਹੈ, ਪਰ ਸਾਡੀ ਸ਼ੁਰੂਆਤ ਸ਼ਬਦ ਗੁਰੂ ਤੋਂ ਤੇ ਸਾਡੀ ਮੰਜ਼ਿਲ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। 1469 ਤੋਂ ਲੈ ਕੇ 1708 ਤੱਕ ਦਾ ਰੂਹਾਨੀ ਸਫ਼ਰ। ਤੇ ਉਸ ਸਫ਼ਰ ਦੇ ਵਿੱਚ ਅਸੀਂ ਵੇਖਾਂਗੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਵੈਦ ਹਰਦਾਸ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਵੈਦ ਸੁਜਾਨ ਸਿੰਘ। ਸਤਿਗੁਰੂ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਮਹਾਰਾਜ ਜੀ ਨੇ ਏਡੀ ਵੱਡੀ ਲਾਰਜ ਸਕੇਲ ਤੇ ਦਵਾਖਾਨਾ ਖੋਲਿਆ ਕਿ ਜਿਹੜੀਆਂ ਔਸ਼ਧੀਆਂ ਸ਼ਾਹਜਹਾਨ ਨੂੰ ਉਹਦੇ ਪੁੱਤਰ ਦਾ ਰੋਗ ਦੂਰ ਕਰਨ ਵਾਸਤੇ ਵੈਦਾਂ ਨੇ ਲਿਖ ਕੇ ਦਿੱਤੀਆਂ, ਜਿਹੜੀਆਂ ਕਿਤੋਂ ਵੀ ਨਾ ਮਿਲੀਆਂ, ਉਹ ਗੁਰੂ ਹਰਿਰਾਏ ਮਹਾਰਾਜ ਜੀ ਦੇ ਦਵਾਖਾਨੇ ਵਿੱਚੋਂ ਮਿਲੀਆਂ ਸਨ। ਹੁਣ ਇਸ ਤੋਂ ਆਪਾਂ ਅਨੁਮਾਨ ਲਾਈਏ ਕਿ ਸਤਿਗੁਰੂ ਜੀ ਦੁਨਿਆਵੀ ਤੌਰ ਤੇ ਜਦੋਂ ਕੋਈ ਰੋਗ ਲੱਗਦਾ ਤੇ ਸਾਨੂੰ ਪ੍ਰੇਰਨਾ ਕਰਦੇ ਨੇ ਵੀ ਚੰਗੇ ਵਧੀਆ ਡਾਕਟਰ, ਚੰਗੇ ਵਧੀਆ ਵੈਦ ਜਿਹੜੇ ਨੇ, ਚੰਗੀਆਂ ਵਧੀਆ ਦਵਾਈਆਂ ਜਿਹੜੀਆਂ ਨੇ ਉਹਦੇ ਨਾਲ ਇਲਾਜ ਕਰਨਾ ਚਾਹੀਦਾ। ਨੀਮ ਹਕੀਮ ਖਤਰਾ ਜਾਣ ਵਾਲੇ ਪਾਸੇ ਨਹੀਂ ਤੁਰਨਾ ਚਾਹੀਦਾ। ਅਧਿਆਤਮਿਕ ਤੌਰ ਤੇ ਸਤਿਗੁਰ ਪੂਰਾ ਵੈਦ ਹੈ। 5 ਰੋਗ ਅਸਾਧ ਨਿਵਾਰੇ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ। ਅਧਿਆਤਮਿਕ ਤੌਰ ਤੇ ਵੀ ਜਦੋਂ ਅਸੀਂ ਪਰਮੇਸ਼ਰ ਨੂੰ ਛੱਡ ਕੇ, ਸਤਿਗੁਰੂ ਨੂੰ ਛੱਡ ਕੇ ਕਿਸੇ ਹੋਰ ਪਾਸੇ ਤੁਰਾਂਗੇ, ਇਹ ਇਵੇਂ ਹੀ ਆ ਜਿਵੇਂ ਕੋਈ ਸਿਆਣੇ ਵੈਦ, ਸਿਆਣੇ ਡਾਕਟਰ ਨੂੰ ਛੱਡ ਕੇ ਨੀਮ ਹਕੀਮ ਖਤਰਾ ਜਾਣ ਵੱਲ ਤੁਰ ਪਵੇ। ਸਾਹਿਬ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਜਿੱਥੇ ਦੁਨਿਆਵੀ ਤੌਰ ਤੇ ਇਲਾਜ ਉੱਥੇ ਚੰਗੀਆਂ ਦਵਾਈਆਂ, ਚੰਗੇ ਡਾਕਟਰ, ਕਿ ਜਿੱਥੇ ਅਰਦਾਸ ਦੀ ਆਰਾਧਨਾ ਦੀ ਗੱਲ ਹੈ ਉੱਥੇ ਕੇਵਲ ਅਸੀਂ ਪਰਮਾਤਮਾ ਦੀ ਆਰਾਧਨਾ ਕਰਾਂਗੇ। ਤੇ ਜਦੋਂ ਮਾਲਕ ਨੇ ਕਿਰਪਾ ਕੀਤੀ, ਬਾਲਕ ਹਰਗੋਬਿੰਦ ਜੀ ਦੇ ਤਨ ਤੋਂ ਤਾਪ ਉਤਰਿਆ, ਚੇਚਕ ਦਾ ਰੋਗ ਦੂਰ ਹੋਇਆ, ਉਦੋਂ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ੁਕਰਾਨਾ ਕੀਤਾ ਸੀ। ਤੇ ਉੱਥੇ ਕੇਵਲ ਸ਼ੁਕਰਾਨਾ ਨਹੀਂ ਕੀਤਾ, ਇੱਕ ਬਚਨ ਹੋਰ ਕਿਹਾ ਜਿਹੜਾ ਸਾਨੂੰ ਚੇਤੇ ਰੱਖਣਾ ਚਾਹੀਦਾ। ਉਹ ਪਤਾ ਕਿਹੜਾ?
महाराज कहन लगे मेरा सतगुर रखवाला हुआ, धार कृपा प्रभ हाथ दे राखिया, हर गोबिंद नवा नरोआ, ताप गया प्रभ आप मटाया, जन की लाज रखाई। आ जिहड़ी जन की लाज है ना, ये नुकता चेते रखियो। सब कहते एक तो मेरे पुत्र का ताप उतरिया, चेचक दूर हुई, शीतला का रोग निवृत्त होया, ये परमात्मा ने दूर किया। आ वेखो हुण बरसात शुरू होण जा रही है ना, बाहर मींह पवे ते कई कहणगे जी इंद्र वरसदा, कई कोह कवेगा, कोई कोह कवेगा। सब कहते नहीं, मींह पया परमेश्वर पाया, मींह पिया किन्ने पाया, परमेश्वर ने पाया। जी जंत सब सुखी वसाया, हर दात नूं परमेश्वर नाल जोड़ना है। सब कहण लगे मेरे मालिक ने कृपा की, ताप गया प्रभ आप मटाया, मेरे पुत्र दा ताप उतरिया, परमेश्वर ने उतार दिता। जिथे मालिक दा इस पक्षों शुकराना है, उत्थे अगली गल कई कहण लगे जन की लाज रखाई। हे प्रभु मैं तेरा जन, मैं तेरा दास, मैं तेरी आराधना करने वाला। ते कच्चे पिले लोग मैनू कहंदे शीतला दी आराधना करो। हुण जे कोई होर हुंदा, आपां वेखो कई बार जदों जिंदगी विच थिड़कदे आ ना, बंदा आप नहीं जे थिड़कदा। जे घर विच बिमारी होवे ना, ते लागों गवांढी आण के कहणगे भी घरे पिया ही मर जाना कि जां तैनूं किते लै चलीए हुण, फलानी जगह ते कितेओं हत्थ हौला करा लिआउने आ, कितेओं कोई टूना टाहमण, कितेओं कोई धागा तवीर, बंदे ने ना भी जाना होवे ते गवांढी लै जांदे। सतगुरु गुरु अर्जन देव महाराज कहन लगे प्रभु तुसी मेरे पुत्र दा ताप दूर कीता, शीतला हटाई, चेचक दा रोग दूर कीता, ते नाले अपने सेवक दी लाज रख लई। क्योंकि जेड़ा तेरी आराधना करदा है, जदों वो किसी होर दी आराधना करे ते ओनूं लाज लगदी है। रे जी नलाज लाज तोहे नाही, हर तज कत काहू के जाही, जाको ठाकर ऊंचो होई, सो जन पर कर जात न सोई। जेदा मालिक एडा वड्डा होवे ते वो अपने मालिक नूं छड्ड के किसी होर थां ते जावे, साहब कहंदे ओनूं लाज लगदी है। मेरे मालिक ने लाज रख लई, ताप गया प्रभ आप मिटाया, जन की लाज रखाई। साध संगत ते सब फल पाए, सतगुर कै बल जाई, हलत पलत प्रभ दोवें सवारे, हमरा गुण अवगुण ना विचारिया, अटल बचन नानक गुर तेरा, सफल कर मस्तक धारे। ये पंजवें स्वरूप विच बचन कहे जा रहे हैं। कई बार कई देहधारी पखंडी लोग ये कहते हैं कि जिहड़ा शरीर करके मौजूद होवे उहिओ सिर ते हथ रख सकदा है, उहिओ पार उतारा कर सकदा है। पर गुरु अर्जन देव जी पंजवें जामे विच ने ते शुकराना कर रहे ने गुरु नानक साहब दा, अटल बचन नानक गुर तेरा। गुरु नानक जी साहब जी 1539 ਨੂੰ ਜੋਤੀ ਜੋਤ ਸਮਾ ਚੁੱਕੇ ਨੇ ਤੇ ਇਹ ਸਮਾਂ 1595 ਤੋਂ ਬਾਅਦ ਹੈ। ਤੇ ਸਾਹਿਬ ਕਹਿ ਰਹੇ ਨੇ ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਇਹ ਗੁਰੂ ਨਾਨਕ ਸਾਹਿਬ ਜੀ ਤੁਸੀਂ ਮਿਹਰ ਭਰਿਆ ਹੱਥ ਜਿਹੜਾ ਮੇਰੇ ਬਾਲਕ ਹਰਗੋਬਿੰਦ ਜੀ ਦੇ ਸੀਸ ਤੇ ਰੱਖਿਆ ਹੋਇਆ। ਹੁਣ ਆਪਾਂ ਸਮਝ ਗਏ ਨਾ ਵੀ ਜਿਹੜੇ ਦੇਹਧਾਰੀ ਪਖੰਡੀ ਕਹਿੰਦੇ ਨੇ ਵੀ ਜਿਹੜਾ ਮੌਜੂਦ ਹੋਵੇ ਸਰੀਰ ਕਰਕੇ ਉਹੀਓ ਪਾਰ ਉਤਾਰਾ ਕਰ ਸਕਦਾ ਹੈ, ਨਹੀਂ। ਸਾਹਿਬ ਕਹਿੰਦੇ ਮੇਰਾ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਜੁਗੋ ਜੁਗ ਅਟਲ ਹੈ। ਔਰ ਸਾਡੇ ਤੇ ਸਤਿਗੁਰਾਂ ਨੇ ਕਿਰਪਾ ਵੀ ਇੰਨੀ ਕੀਤੀ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜੁਗ ਅਟਲ, ਉੱਥੇ ਪੰਜ ਪਿਆਰੇ ਸਰੀਰ ਕਰਕੇ ਵੀ ਜੁਗੋ ਜੁਗ ਅਟਲ। ਜਦੋਂ ਪੰਜ ਪਿਆਰੇ ਸਾਜੇ ਸਨ, ਪੰਜ ਪਿਆਰੇ ਉਦੋਂ ਵੀ ਸਨ। ਬਾਅਦ ਵਿੱਚ ਕਈ ਜਥੇ ਬਣਾ ਕੇ ਅੰਮ੍ਰਿਤ ਸੰਚਾਰ ਕੀਤਾ। ਚਮਕੌਰ ਸਾਹਿਬ ਦੀ ਗੜੀ ਵਿੱਚ ਜਿਹੜੇ ਸਤਿਗੁਰੂ ਜੀ ਨੂੰ ਬੇਨਤੀ ਰੂਪੀ ਹੁਕਮ ਕਰਦੇ ਨੇ, ਕਿਉਂਕਿ ਜਿਨ੍ਹਾਂ ਪੰਜਾਂ ਪਿਆਰਿਆਂ ਦੀ ਸਾਜਨਾ ਕੀਤੀ ਸੀ ਉਹਨਾਂ ਪੰਜਾਂ ਵਿੱਚੋਂ 3 ਚਮਕੌਰ ਸਾਹਿਬ ਸ਼ਹੀਦ ਹੋ ਚੁੱਕੇ। ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਕੇਵਲ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ। ਉਦੋਂ ਵੀ 3 ਸਿੰਘ ਹੋਰ ਨਾਲ ਨੇ, 5 ਉਦੋਂ ਵੀ ਨੇ। ਗੁਰੂ ਗ੍ਰੰਥ ਸਾਹਿਬ ਵੀ ਜੁਗੋ ਜੁਗ ਅਟਲ ਸ਼ਬਦ ਗੁਰੂ, ਤੇ ਜਿੱਥੇ ਸਰੀਰ ਦੀ ਲੋੜ ਹੈ 5 ਪਿਆਰੇ ਵੀ ਜੁਗੋ ਜੁਗ ਅਟਲ। 5 ਪਿਆਰੇ ਅੱਜ ਵੀ ਨੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਰਹਿਣਗੇ। ਵੇਖੋ ਸਤਿਗੁਰੂ ਜੀ ਨੇ ਕਿਰਪਾ ਸਾਡੇ ਤੇ ਕਿੰਨੀ ਕੀਤੀ ਵੀ ਸਾਨੂੰ ਕਦੇ ਆਕਾਸ਼ ਵੱਲ ਵੇਖਣਾ ਹੀ ਨਾ ਪਵੇ ਵੀ ਕਦੋਂ ਕੋਈ ਸਰੀਰ ਧਾਰਨ ਕਰਕੇ ਆਵੇ ਤੇ ਅਸੀਂ ਉਹਦੇ ਲੜ ਲੱਗੀਏ ਤੇ ਫਿਰ ਸਾਡਾ ਪਾਰ ਉਤਾਰਾ ਹੋਣਾ। ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਵੀ ਜੁਗੋ ਜੁਗ ਅਟਲ,
ਤੇ ਸਰੀਰਕ ਕਲਾ ਪੰਜ ਪਿਆਰੇ ਵੀ ਜੁਗੋ ਜੁਗ ਅਟਲ। ਬਦਕਿਸਮਤੀ ਹੋਵੇਗੀ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਤੇ ਪੰਜਾਂ ਪਿਆਰਿਆਂ ਤੋਂ ਬਿਨਾਂ ਕਿਸੇ ਹੋਰ ਪਾਸੇ ਆਪਣੀ ਜਿਹੜੀ ਝਾਕ ਹੈ ਉਹ ਰੱਖਾਂਗੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ੁਕਰਾਨਾ ਕੀਤਾ ਕਿ ਮਾਲਕ ਨੇ ਹਰ ਪੱਖੋਂ ਬਾਲਕ ਹਰਗੋਬਿੰਦ ਜੀ ਦੀ ਰੱਖਿਆ ਕੀਤੀ ਹੈ। ਹੁਣ ਗੁਰੂ ਨਾਨਕ ਸਾਹਿਬ ਦੇ ਘਰ ਦਾ ਜਿਹੜਾ ਸੱਚ ਦਾ ਸਿਧਾਂਤ, ਗੁਰੂ ਨਾਨਕ ਸਾਹਿਬ ਦੇ ਘਰ ਦਾ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਸਿਧਾਂਤ, ਸਤਿਗੁਰੂ ਜੀ ਦੇ ਘਰ ਵਾਲਾ ਜਿਹੜਾ ਜਾਤ ਪਾਤ ਜਾਂ ਊਚ ਨੀਚ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਸਮੁੱਚੀ ਮਾਨਵਤਾ ਨੂੰ ਇੱਕ ਪਰਮੇਸ਼ਰ ਦੀ ਜੋਤ ਕਹਿ ਕੇ ਸਮੁੱਚੀ ਮਾਨਵਤਾ ਨੂੰ ਪਿਆਰ ਦੀ ਗਲਵਕੜੀ ਵਿੱਚ ਲੈਣ ਦਾ ਸਿਧਾਂਤ, ਉਹ ਉਹਨਾਂ ਲੋਕਾਂ ਨੂੰ ਨਹੀਂ ਸੀ ਭਾਉਂਦਾ ਜਿਹੜੇ ਮਨੁੱਖਤਾ ਵਿੱਚ ਵੰਡੀਆਂ ਪਾ ਕੇ ਸੰਸਾਰ ਵਿੱਚ ਆਪਣੀ ਉਤਮ ਅਵਸਥਾ ਕਾਇਮ ਰੱਖਣਾ ਚਾਹੁੰਦੇ ਸਨ। ਉਹਨਾਂ ਨੇ ਪਹਿਲਾਂ ਇਕੱਲਿਆਂ ਤੇ ਫਿਰ ਸਾਰੀ ਮੰਡਲੀ ਨੇ ਰਲ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕਰਨ ਦੀ ਜਿਹੜੀ ਸਾਜ਼ਿਸ਼ ਸੀ ਉਹ ਰਚੀ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਇਸ ਗੱਲ ਦਾ ਅਨੁਭਵ ਹੋਇਆ ਵੀ ਹੁਣ ਸੱਚ ਦੀ ਅਜ਼ਮਤ ਨੂੰ ਬੁਲੰਦ ਰੱਖਣ ਵਾਸਤੇ ਸਚਿਆਰ ਨੂੰ ਆਪਣਾ ਆਪ ਮਿਟਾਉਣਾ ਪੈਣਾ। ਸਚਿਆਰ ਆਪਣਾ ਆਪ ਮਿਟਾ ਕੇ ਦੱਸ ਦਿੰਦਾ ਹੈ ਕਿ ਸੱਚ ਨੂੰ ਕਦੇ ਨਾ ਸਾੜਿਆ ਜਾ ਸਕਦਾ, ਨਾ ਸੱਚ ਨੂੰ ਟੁਕੜੇ ਕੀਤਾ ਜਾ ਸਕਦਾ, ਨਾ ਸੱਚ ਨੂੰ ਕੈਦ ਤੇ ਨਾ ਸੱਚ ਨੂੰ ਦੀਵਾਰਾਂ ਵਿੱਚ ਚਿਣਿਆ ਜਾ ਸਕਦਾ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਘਰ ਦਾ ਸੱਚ ਕਦੇ ਬਾਬਰ ਨੇ ਹਵਾਲਾਤ ਵਿੱਚ ਬੰਦ ਕੀਤਾ, ਕਦੇ ਜਹਾਂਗੀਰ ਨੇ ਤੱਤੀ ਤਵੀ ਤੇ ਬਿਠਾਉਣ ਦਾ ਯਤਨ ਕੀਤਾ, ਕਦੇ ਔਰੰਗਜ਼ੇਬ ਨੇ ਚਾਂਦਨੀ ਚੌਕ ਵਿੱਚ ਦੋ ਟੁਕੜੇ ਕਰਨ ਦਾ ਯਤਨ ਕੀਤਾ, ਤੇ ਕਦੇ ਸੂਬਾ ਸਰਹੰਦ ਨੇ ਸੱਚ ਨੂੰ ਦੀਵਾਰ ਵਿੱਚ ਚਿਣਨ ਦਾ ਯਤਨ ਕੀਤਾ। ਪਰ ਹਰ ਵਾਰ ਇਹੀ ਆਵਾਜ਼ ਆਉਂਦੀ ਰਹੀ, ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇੜਾ। ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਅਲਾਏ। ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ। ਤੇ ਸਿੱਖੀ ਦਾ ਸਫ਼ਰ ਬਟਾਲੇ ਦੀ ਕੰਧ ਤੋਂ ਲੈ ਕੇ ਸਰਹੰਦ ਦੀ ਕੰਧ ਤੱਕ ਦਾ। ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ। ਗੁਰੂ ਨਾਨਕ ਸਾਹਿਬ ਜੀ ਨੇ ਵੇਦੀ ਨਾਲ ਲਾਵਾਂ ਕਰਨ ਤੋਂ ਇਨਕਾਰ ਕਰਕੇ ਇਹ ਕਿਹਾ ਅਸੀਂ ਗੁਰਬਾਣੀ ਦੀਆਂ ਪ੍ਰਕਰਮਾਂ ਕਰਕੇ ਵਿਆਹ ਸੰਪੰਨ ਕਰਨਾ ਹੈ। ਪਰ ਜਦੋਂ ਉਹਨਾਂ ਲੋਕਾਂ ਨੂੰ ਇਹ ਨਾ ਭਾਇਆ ਜਿਹੜੇ ਕਰਮਕਾਂਡੀ ਸਨ, ਉਹਨਾਂ ਨੇ ਯਤਨ ਕੀਤਾ ਕਿ ਅਸੀਂ ਕੰਧ ਨੂੰ ਧੱਕਾ ਦੇ ਕੇ ਸੱਚ ਜਿਹੜਾ ਕੰਧ ਦੇ ਹੇਠ ਦਫਨ ਕਰ ਦਿਆਂਗੇ। ਤੇ ਜਦੋਂ ਵੇਖਿਆ ਵੀ ਸਾਡਾ ਹੀਲਾ ਨਿਫਲ ਚਲਿਆ ਗਿਆ, ਫਿਰ 10ਵੇਂ ਜਾਮੇ ਵਿੱਚ ਉਹਨਾਂ ਕਿਹਾ ਹੁਣ ਦੋ ਕੰਧਾਂ ਉਸਾਰਾਂਗੇ ਤੇ ਇਹਨਾਂ ਦੋਵਾਂ ਕੰਧਾਂ ਦੇ ਵਿੱਚ ਸੱਚ ਨੂੰ ਚਿਣਾਂਗੇ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਾਲਾ ਨੇ ਕਿਹਾ ਸੀ ਤੁਹਾਡੇ ਵਰਗੇ ਲੱਖਾਂ ਸੱਚ ਨੂੰ ਖਤਮ ਕਰਦੇ ਆਪ ਖਤਮ ਹੋ ਗਏ। सच को मिटाओगे तो मिटोगे जहान से, डरता नहीं अकाल शहनशाह की शान से, कह रहे हैं हम तुझको खुदा की जबान से। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦ ਹੋਣ ਲਈ ਤੁਰਨ ਲੱਗੇ, ਉਹਨਾਂ ਨੇ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਵਰਗੇ ਸਿੱਖਾਂ ਨੂੰ ਆਵਾਜ਼ ਮਾਰੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ ਉਸ ਵੇਲੇ ਕੇਵਲ 11 ਸਾਲ ਦੀ ਸੀ। 11 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿਧਾਂਤ ਬੜਾ ਨਵੇਕਲ ਹੈ। ਆਮ ਕਰਕੇ ਕੋਈ ਰਾਜਾ ਮਹਾਰਾਜਾ ਜਦੋਂ ਚਲਾਣਾ ਕਰਦਾ ਹੈ ਨਾ, ਉਹਦੇ ਚਲਾਣੇ ਤੋਂ ਬਾਅਦ ਉਹਦਾ ਵੱਡਾ ਪੁੱਤਰ ਨਲਾਇਕ ਹੋਵੇ, ਲਾਇਕ ਹੋਵੇ, ਉਹਨੂੰ ਰਾਜ ਤਖਤ ਦਿੱਤਾ ਜਾਂਦਾ ਹੈ, ਰਾਜ ਗੱਦੀ ਦਿੱਤੀ ਜਾਂਦੀ ਹੈ। ਪਰ ਗੁਰੂ ਨਾਨਕ ਸਾਹਿਬ ਦੇ ਘਰ ਜੇ ਪੁੱਤਰ ਯੋਗ ਨਹੀਂ ਤੇ ਸੇਵਕ ਨੂੰ, ਜੇ ਵੱਡੇ ਪੁੱਤਰ ਯੋਗ ਨਹੀਂ ਤੇ ਫਿਰ ਛੋਟੇ ਪੁੱਤਰ ਨੂੰ, ਔਰ ਆਪਣੇ ਸਰੀਰਕ ਹਯਾਤੀ ਦੇ ਵਿੱਚ ਥਾਪਿਆ ਲੈਣਾ ਜੀਵੰਦਾ। ਗੁਰਿਆਈ ਸਿਰ ਛਤਰ ਫਰਾਇਆ, ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀਵੰਦਾ। ਸ਼ੈ ਟਿੱਕਾ ਦੇ ਤੋਸ ਜੀਵੰਦਾ। ਜਿਉਂਦਿਆਂ ਜੀ ਆਪਣੀ ਸਰੀਰਕ ਹਯਾਤੀ ਵਿੱਚ ਅਗਲੇ ਗੁਰ ਵਿਅਕਤੀ ਨੂੰ ਗੁਰਤਾ ਗੱਦੀ ਬਖਸ਼ਿਸ਼ ਹੁੰਦੀ ਸੀ। ਗੁਰੂ ਅਰਜਨ ਦੇਵ ਜੀ ਨੂੰ ਪਤਾ ਸੀ ਅਸੀਂ ਹੁਣ ਲਾਹੌਰ ਜਾਣਾ ਹੈ, ਬੜਾ ਕਹਿਰ ਵਰਤਣਾ, ਕਿਉਂਕਿ ਇੱਕ ਤਾਂ ਚੰਦੂ ਬੜਾ ਉਤਾਵਲ ਹੈ, ਦੂਸਰੇ ਪਾਸੇ ਜਿਹੜਾ ਸ਼ੇਖ ਅਹਿਮਦ ਸਰਹੰਦੀ, ਸ਼ੇਖ ਬੁਖਾਰੀ, ਸ਼ੇਖ ਫਤਿਹ, ਇਹ ਸਾਰੀ ਜੁੰਡਲੀ ਜਹਾਂਗੀਰ ਨੂੰ ਚੁੱਕਣਾ ਦੇ ਰਹੀ ਹੈ। ਇਹਨਾਂ ਨੇ ਹੁਣ ਸਾਨੂੰ ਸ਼ਹੀਦ ਕਰਨਾ ਹੈ। ਸਤਿਗੁਰੂ ਜੀ ਜਦੋਂ ਤੁਰਨ ਲੱਗੇ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ,
ਉੱਥੇ ਸੰਗਤ ਨੂੰ ਬਚਨ ਕਹੇ ਕਿ ਅੱਜ ਤੋਂ ਬਾਅਦ ਹੁਣ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਲੜ ਲੱਗਣਾ। ਜਿਵੇਂ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੋਤੀ ਜੋਤ ਸਮਾਉਣ ਲੱਗੇ ਤੇ ਸੰਗਤਾਂ ਨੇ ਪੁੱਛਿਆ, ਕਹਿਣ ਲੱਗੇ, ਗਰੀਬ ਨਵਾਜ ਸੰਗਤ ਹੈ ਤੇਰੀ, ਤਿਸਕਾ ਕਿਆ ਹਵਾਲ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ, ਗ੍ਰੰਥ ਹੈ ਗੁਰੂ ਲੜ ਪਕੜੋ ਅਕਾਲ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੀ, ਤਾਂ ਕਿ ਬਾਅਦ ਵਿੱਚ ਕੋਈ ਸ਼ੰਕਾ ਨਹੀਂ, ਕੋਈ ਕਿਸੇ ਪ੍ਰਕਾਰ ਦਾ ਝਗੜਾ ਬਖੇੜਾ ਨਹੀਂ। ਹੁਣ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਅੰਮ੍ਰਿਤਸਰ ਤੋਂ ਲਾਹੌਰ ਵੱਲ ਤੁਰਨ ਲੱਗੇ ਨੇ ਨਾ, ਤੇ ਸਾਡਾ ਇਤਿਹਾਸ ਕਹਿੰਦਾ, ਸਿੱਖਾਂ ਨੂੰ ਕੀਤੀ ਸੁਪੁਰਦ ਹਰਗੋਬਿੰਦ ਦੀ ਬਾਹ ਪਕੜਾਈ, ਭਾਈ ਗੁਰਦਾਸ ਨੂੰ ਬੈਠ ਸਮਝਾਇਆ, ਸਾਡਾ ਲੱਗੇਗਾ ਸੀਸ। ਕਿ ਸੱਚ ਦੇ ਮਾਰਗ ਤੇ ਤੁਰੇ ਆ, ਸਿਰ ਲੱਗਣਾ ਹੀ ਹੈ। ਇਹ ਸਿਰ ਭਾਵੇਂ ਧੜ ਨਾਲ ਜੁੜਿਆ ਰਵੇ ਤੇ ਭਾਵੇਂ ਕੱਟਿਆ ਜਾਵੇ। ਧਰਮ ਦੇ ਨਿਮਿਤ ਜਿਹੜੀ ਸ਼ਹਾਦਤ ਹੁੰਦੀ ਉਹਨੂੰ ਕਹਿੰਦੇ ਨੇ ਵੀ ਸਿਰ ਤਲੀ ਤੇ ਰੱਖ ਕੇ ਤੁਰਨਾ ਤੇ ਸਿਰ ਦੇਣਾ। ਹੁਣ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਕੱਟਿਆ ਗਿਆ, ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਉਵੇਂ ਤਤੀ ਤਵੀ ਤੇ ਦੇਗ ਵਿੱਚ ਉਬਾਲ ਕੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਪਰ ਸਾਹਿਬ ਕਹਿਣ ਲੱਗੇ, ਸਾਡਾ ਸਿਰ ਲੱਗਣਾ। ਹੁਣ ਆਪਾਂ ਸਮਝ ਲਈਏ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ ਦਾ ਭਾਵ ਕੀ ਹੈ ਕਿ ਗੁਰੂ ਅੰਗਦ ਦੇਵ ਮਹਾਰਾਜ ਲਈ ਵੀ ਇਹ ਸ਼ਰਤ ਰੱਖੀ ਸੀ, ਭਾਈ ਲੈਣਿਆ, ਜੇ ਗੁਰੂ ਨਾਨਕ ਦੇ ਮਾਰਗ ਤੇ ਤੁਰਨਾ ਹੈ ਨਾ ਤੇ ਸਿਰ ਤਲੀ ਤੇ ਰੱਖ ਕੇ ਆਈ। ਲੋਕਾਂ ਨੇ ਬਹੁਤ ਕੁਝ ਕਹਿਣਾ, ਆਪਾ ਭਾਵ ਮਾਰ ਕੇ ਆਈ, ਗੁਰੂ ਸਿਰ ਕੱਟ ਵੀ ਸਕਦਾ ਹੀ, ਤੇ ਗੁਰੂ ਦਰ ਨਾਲ ਜੁੜਿਆ ਬਹੁਤ ਕੁਝ ਸਹਿਣਾ ਵੀ ਪੈਣਾ ਤੇ ਬਿਨਾਂ ਸਿਰ ਤੋਂ ਸੇਵਾ ਕਰਨੀ ਪੈਣੀ, ਆਪਾ ਭਾਵ ਮਾਰ ਕੇ। ਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਤੁਰਨ ਲੱਗੇ ਤੇ ਇਤਿਹਾਸ ਕਹਿੰਦਾ, ਸਿੱਖਾਂ ਨੂੰ ਕੀਤੀ ਸੁਪੁਰਦ ਹਰਗੋਬਿੰਦ ਦੀ ਬਾਹ ਪਕੜਾਈ, ਭਾਈ ਗੁਰਦਾਸ ਨੂੰ ਬੈਠ ਸਮਝਾਇਆ, ਸਾਡਾ ਲੱਗੇਗਾ ਸੀਸ ਨਿਸ਼ਚਾ ਹੈ ਆਇਆ, ਅਸਾਂ ਹੋਇਆ ਤੁਰਕਾਂ ਵਿੱਚ ਜਾਣਾ, ਉਹਨਾਂ ਕਰਨੀ ਹੈ ਹੁਜਤ, ਤੁਸੀਂ ਦੁਆਬੇ ਵਿੱਚ ਰੱਖਣਾ ਟਿਕਾਣਾ, ਲੱਗੇ ਛੁੱਟੇਗਾ ਸਰੀਰ ਸੰਸਾਰ ਨਹੀਂ ਕੋਏ, ਰਜਾਏ ਖੁਦਾਵੰਦ ਦੀ ਇਸੇ ਤਰ੍ਹਾਂ ਹੋਏ। ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਚੰਦੂ ਦੀ ਹਵੇਲੀ ਵਿੱਚ, ਕਿਉਂਕਿ ਹੁਕਮ ਸੀ ਜਹਾਂਗੀਰ ਦਾ, ਜਾਸਾ ਕਾਨੂੰਨ ਦੇ ਅਧੀਨ ਅੱਗ ਤੇ ਪਾਣੀ ਦੀ ਸਜ਼ਾ ਦੇ ਕੇ ਮੁਰਤਜ਼ਾ ਖਾਨ ਲਾਹੌਰ ਦਾ ਗਵਰਨਰ ਸ਼ੇਖ ਬੁਖਾਰੀ ਤੇ ਚੰਦੂ ਦੀ ਹਵੇਲੀ ਵਿੱਚ ਸਤਿਗੁਰਾਂ ਨੂੰ ਕੈਦ ਰੱਖਿਆ, ਜਿੱਥੇ ਇਹ ਸਾਰੇ ਤਸੀਹੇ ਦਿੱਤੇ ਗਏ। ਔਰ ਮੁਰਤਜ਼ਾ ਖਾਨ ਸ਼ੇਖ ਬੁਖਾਰੀ ਨੇ ਆ ਕੇ ਵਿਅੰਗ ਵੀ ਕੱਸਿਆ, ਕਹਿਣ ਲੱਗੇ, ਤੁਸੀਂ ਕਹਿੰਦੇ ਸੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੱਚ ਦੀ ਆਵਾਜ਼ ਬੜੀ ਬੁਲੰਦ ਹੈ, ਪਰ ਅੱਜ ਇੰਜ ਨਹੀਂ ਲੱਗਦਾ ਵੀ ਜਿਵੇਂ ਸਾਡੀ ਅੱਗ ਦੀਆਂ ਲਪਟਾਂ ਵਿੱਚ ਤੁਹਾਡੀ ਆਵਾਜ਼ ਖਾਮੋਸ਼ ਹੋ ਗਈ ਹੈ। ਜਿਵੇਂ ਚੰਦੂ ਦੀ ਹਵੇਲੀ ਦੀਆਂ ਕੰਧਾਂ ਵਿੱਚ ਇਹ ਅਸੀਂ ਆਵਾਜ਼ ਕੈਦ ਕਰ ਲਈ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਸੱਚ ਨੂੰ ਤੁਸੀਂ ਕਦੇ ਮਿਟਾ ਨਹੀਂ ਸਕਦੇ ਤੇ ਸਚਿਆਰ ਨੂੰ ਤੁਸੀਂ ਤਸੀਹੇ ਦੇ ਕੇ ਕੈਦ ਵੀ ਕਰ ਸਕਦੇ ਹੋ, ਸੱਚ ਦੀ ਆਵਾਜ਼ ਨੂੰ ਨਹੀਂ ਦਬਾ ਸਕਦੇ। ਪਰ ਜਿਵੇਂ ਜਿਵੇਂ ਸਚਿਆਰ ਆਪਣਾ ਆਪ ਮਿਟਾਵੇਗਾ, ਤਿਵੇਂ ਤਿਵੇਂ ਸਮੇਂ ਨੇ ਕਰਵਟ ਲੈਣੀ, ਇੱਕ ਬੜਾ ਵੱਡਾ ਇਨਕਲਾਬ ਆਉਣਾ। ਇੱਧਰ ਸਾਡੀ ਲਹੂ ਚਰਬੀ ਮਿੱਝ ਤੁਸੀਂ ਅਗਨੀ ਦੇ ਛੇਕ ਦੇ ਨਾਲ ਯਤਨ ਕਰਨਾ ਵੀ ਅਸੀਂ ਤਸੀਹੇ ਦਈਏ, ਤੇ ਉਧਰ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਮੀਰੀ ਪੀਰੀ ਦੀਆਂ ਤਲਵਾਰਾਂ ਦਾ ਫੌਲਾਦ ਬਣੀ ਜਾਣਾ। ਕਿਸੇ ਉਰਦੂ ਦੇ ਕਵੀ ਨੇ ਬੜਾ ਸੋਹਣਾ ਲਿਖਿਆ ਕਿ ਜਦੋਂ ਮੁਰਤਜ਼ਾ ਖਾਨ ਨੇ ਇਵੇਂ ਵਿਅੰਗ ਕੱਸਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਲੇਕਿਨ ਬਦਲਤੇ ਵਕਤ ਕੀ ਰਫਤਾਰ ਕੌਣ ਰੋਕੇਗਾ, ਪਸ਼ੀਲੇ ਆਤਸ਼ੋ ਆਹਨ ਬਹੁਤ ਬੁਲੰਦ ਹੈ ਸਹੀ, लेकिन हयात की ललकार कौन रोकेगा, मेरे ख्यालों की परवाज रोकने वालों हर गोबिंद की तलवार कौन रोकेगा। कहन लगे जिहड़ा इहदे तो बाद इनकलाब आउणा है ना, ਉਹਦੇ ਅੱਗੇ ਨਾ ਤੁਹਾਡਾ ਬਾਦਸ਼ਾਹ ਜਹਾਂਗੀਰ, ਨਾ ਸ਼ਾਹ ਜਹਾਨ, ਨਾ ਤੁਹਾਡੇ ਵੱਡੇ ਵੱਡੇ ਜਰਨੈਲ, ਤੁਹਾਡੇ ਵੱਡੇ ਵੱਡੇ ਸੂਬੇਦਾਰ ਹਾਕਮ, ਕੋਈ ਵੀ ਸਿਪਰ ਸਲਾਰ ਯੋਧਾ ਉਹਦੇ ਵੀਰ ਰਸ ਦੇ ਅੱਗੇ ਰੁਕ ਨਹੀਂ ਸਕੇਗਾ, ਕਿਉਂਕਿ ਇਹ ਸ਼ਾਂਤੀ ਦੀ ਹੱਦ ਸੀ। ਤੇ ਇਸ ਤੋਂ ਬਾਅਦ ਫਿਰ ਹੁਣ ਸੂਰਮਤਾਈ ਤੇ ਬਹਾਦਰੀ ਦੀ ਹੱਦ ਤੁਸੀਂ ਵੇਖੋ। ਲੋਕੀ ਪੀਸ ਦੀਆਂ ਗੱਲਾਂ ਕਰਦੇ ਨੇ ਵੀ ਸ਼ਾਂਤੀ। ਗੁਰੂ ਅਰਜਨ ਦੇਵ ਜੀ ਨੇ ਦੱਸ ਦਿੱਤਾ, ਜੇ ਕੋਈ ਸੀਸ ਵਿੱਚ ਰੇਤ ਵੀ ਪਾ ਰਿਹਾ, ਦੇਗ ਵਿੱਚ ਉਬਾਲ ਰਿਹਾ, ਥੱਲੇ ਤੱਤੀ ਤਵੀ ਦੇ ਅੱਗ ਬਾਲ ਰਿਹਾ,
ਤੇ ਫਿਰ ਵੀ ਇੱਕੋ ਹੀ ਗੱਲ ਕਹਿਣੀ ਹੈ, ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬੈਰ ਆਈ। ਪਰ ਇਸ ਸ਼ਾਂਤਮਈ ਸ਼ਹਾਦਤ ਨੂੰ, ਇਸ ਸ਼ਾਂਤੀ ਦੀ ਹੱਦ ਨੂੰ ਕੋਈ ਕਮਜ਼ੋਰੀ ਨਾ ਸਮਝ ਲਏ, ਇਹਨੂੰ ਕੋਈ ਬੁਝਦਿਲੀ ਜਾਂ ਕਾਇਰਤਾ ਨਾ ਸਮਝ ਲਵੇ। ਫਿਰ ਛੇਵੇਂ ਜਾਮੇ ਵਿੱਚ ਆ ਕੇ ਬਹਾਦਰੀ ਦੀ ਹੱਦ ਵੀ ਵਿਖਾਈ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨੂੰ ਸੰਭਾਲਦਿਆਂ ਸਭ ਤੋਂ ਪਹਿਲਾਂ ਗੁਰੂ ਪਿਤਾ ਦੀ ਹੋਈ ਸ਼ਹਾਦਤ ਦੇ ਕਾਰਨਾਂ ਨੂੰ ਘੋਖਿਆ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ। 2200 ਘੋੜ ਸਵਾਰ ਆਪਣੇ ਨਾਲ ਸੈਨਿਕ ਰੱਖੇ। 2 ਘੋੜਿਆਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਸਵਾਰੀ ਕਰਦੇ ਸਨ। 4 ਮਣ ਪੱਕਾ ਭਾਰ ਇਤਿਹਾਸ ਨੇ ਉਹਨਾਂ ਦਾ ਲਿਖਿਆ, ਤੇ ਇੱਕ ਪੱਕੇ ਮਣ ਵਿੱਚ 40 ਕਿਲੋ ਹੁੰਦੇ। ਸਤਿਗੁਰੂ ਜੀ ਦੀ ਚੌੜੀ ਛਾਤੀ, 6 ਫੁੱਟ ਤੋਂ ਲੰਮਾ ਕੱਦ ਤੇ ਗੋਡਿਆਂ ਤੋਂ ਲੰਮੀਆਂ ਬਾਹਾਂ। ਜਦੋਂ 4 ਮਣ ਪੱਕਾ ਭਾਰ, ਛਠਮ ਪੀਰ ਬੈਠਾ ਗੁਰ ਭਾਰੀ, ਸਰੀਰ ਕਰਕੇ ਵੀ ਭਾਰੀ, ਇੱਕ ਘੋੜਾ ਨਾਲ ਖਾਲੀ ਚੱਲਦਾ ਸੀ, ਤੇ ਅਧਿਆਤਮਕ ਗੁਣਾ ਕਰਕੇ ਵੀ ਇੰਨੇ ਭਾਰੀ ਕਿ ਪਹਿਲੇ 5 ਗੁਰੂ ਸਾਹਿਬਾਨ ਦੀ ਸ਼ਕਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਿੱਚ ਮੌਜੂਦ। 5 ਪਿਆਲੇ 5 ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਨੇ ਮੀਰੀ ਪੀਰੀ ਦੀਆਂ 2 ਤਲਵਾਰਾਂ ਧਾਰਨ ਕੀਤੀਆਂ, 20 ਰਸ ਭਰੀ ਤਕਰੀਰ ਕੀਤੀ, ਤੇ ਜਦੋਂ ਉਸ ਤਕਰੀਰ ਨੂੰ ਸੁਣ ਕੇ ਇੱਕੋ ਸਮੇਂ 500 ਦੇ ਕਰੀਬ ਗੁਰਸਿੱਖਾਂ ਨੇ ਸਤਿਗੁਰੂ ਜੀ ਨੂੰ ਆਪਣੀਆਂ ਜਵਾਨੀਆਂ ਭੇਟ ਕੀਤੀਆਂ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹ ਤਕਰੀਰ ਕੀਤੀ ਸੀ ਕਿ ਅੱਜ ਤੋਂ ਬਾਅਦ ਆਮ ਭੇਟਾਂ ਦੀ ਜਗ੍ਹਾ ਜੇ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਤੁਸੀਂ ਵਧੀਆ ਹਾਥੀ, ਘੋੜੇ, ਸ਼ਸਤਰ ਤੇ ਜਵਾਨੀਆਂ ਭੇਟ ਕਰੋਗੇ, ਅਸੀਂ ਤੁਹਾਡੇ ਤੇ ਵਧੇਰੇ ਪ੍ਰਸੰਨ ਹੋਵਾਂਗੇ। ਸਤਿਗੁਰਾਂ ਨੇ ਗੁਰਬਾਣੀ ਪਾਠ, ਕੀਰਤਨ, ਕਥਾ ਦੇ ਨਾਲ ਨਾਲ ਢਾਡੀ ਵਾਰਾਂ ਦਾ ਵੀ ਆਗਾਜ਼ ਕਰਵਾਇਆ। ਔਰ ਉਪਰੀ ਨਜ਼ਰ ਨਾਲ ਜਦੋਂ ਕੋਈ ਵੇਖੇਗਾ ਤੇ ਉਸ ਨੂੰ ਇੰਜ ਲੱਗੇਗਾ ਕਿ ਜਿਵੇਂ ਇਹ ਪਰਿਵਰਤਨ ਹੈ, ਪਰ ਅਸਲ ਵਿੱਚ ਇਹ ਪਰਿਵਰਤਨ ਨਹੀਂ ਸੀ। ਇਹ ਤਾਂ ਇਵੇਂ ਆ ਜਿਵੇਂ ਇੱਕੋ ਸਿਲੇਬਸ ਨੂੰ ਪੜ੍ਹਾਉਣ ਵਾਸਤੇ 10 ਅਧਿਆਪਕ ਹੋਣ, 10 ਮਾਸਟਰ, ਸਿਲੇਬਸ ਇੱਕੋ ਹੀ ਹੈ। ਇਹ ਸਿਲੇਬਸ ਗੁਰੂ ਨਾਨਕ ਸਾਹਿਬ ਜੀ ਨੇ ਪੜ੍ਹਾਇਆ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ 22 ਵਾਰਾਂ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਆਸਾ ਦੀ ਵਾਰ ਸਾਡੇ ਸੰਗਤੀ ਨਿਤਨੇਮ ਦਾ ਅੰਗ ਹੈ, ਤੇ ਵਾਰਾਂ ਯੋਧਿਆਂ ਦੀਆਂ ਗਾਈਆਂ ਜਾਂਦੀਆਂ ਨੇ। ਵਾਰ ਦਾ ਅਰਥ ਪੰਜਾਬੀ ਵਿੱਚ ਵੀ ਹਮਲਾ, ਤੇ ਵਰਲਡ ਵਾਰ ਇੰਗਲਿਸ਼ ਵਿੱਚ ਵੀ ਜੰਗ ਯੁੱਧ ਨੂੰ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਵੀ ਭਗਤੀ ਤੇ ਸ਼ਕਤੀ ਦਾ ਉਪਦੇਸ਼ ਦਿੰਦੇ। ਔਰ 22 ਵਾਰਾਂ ਵਿੱਚੋਂ 9 ਵਾਰਾਂ ਤੇ ਧੁਨਾਂ ਉਹਨਾਂ ਯੋਧਿਆਂ ਦੀਆਂ ਜਿਨ੍ਹਾਂ ਨੇ ਕਿਸੇ ਆਦਰਸ਼ ਦੀ ਖਾਤਰ ਜੰਗ ਯੁੱਧ ਲੜੇ, ਤਾਂ ਕਿ ਸਾਨੂੰ ਸਮਝ ਆ ਸਕੇ ਰਾਜਯੋਗ, ਮੀਰੀ ਪੀਰੀ ਦੇ ਸੰਤ ਸਿਪਾਹੀ, ਇਹਨਾਂ ਦਾ ਇੱਕੋ ਥਾਂ ਤੇ ਰਹਿਣਾ ਹੀ ਸੰਸਾਰ ਦਾ ਭਲਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਅਹਿਮਦਾਬਾਦ ਵੇਖਿਆ ਨਾ ਕਿ ਬਾਬਰ ਮੀਰ ਚੜ ਕੇ ਆਇਆ ਤੇ ਉਹਨੇ ਬੜਾ ਜ਼ੁਲਮ ਕੀਤਾ। ਕਹਿ ਦਿੱਤਾ, ਬਾਬਰ ਤੂੰ ਜਾਬਰ ਹੈ, ਤੂੰ ਪਾਪ ਦੀ ਜੰਜ ਦਾ ਲੜ ਹੈ, ਜੰਮ ਕਰ ਮੁਗਲ ਚੜਾਇਆ। ਕਿਉਂਕਿ ਉਹ ਇਕੱਲਾ ਮੀਰ ਸੀ। ਤੇ ਇੱਥੋਂ ਦੇ ਲੋਕਾਂ ਨੂੰ ਕਿਉਂ ਸਤਿਗੁਰੂ ਜੀ ਨੇ ਤਾੜਨਾ ਕੀਤੀ? ਅਹਿਮਦਾਬਾਦ ਦੇ ਪਠਾਣਾਂ ਨੂੰ ਕਹਿਣ ਲੱਗੇ, ਤੁਸੀਂ ਇਕੱਲੇ ਪੀਰਾਂ ਤੇ ਵਿਸ਼ਵਾਸ ਰੱਖੀ ਬੈਠੇ ਹੋ ਕਿ ਕੀ ਲੋੜ ਹੈ ਤਿਆਰੀ ਕਰਨ ਦੀ। ਬਾਬਰ ਚੜ ਕੇ ਆਵੇਗਾ ਤੇ ਅਸੀਂ ਸੰਤਾਂ ਮਹਾਂਪੁਰਖਾਂ ਨੂੰ, ਪੀਰਾਂ ਨੂੰ ਪਕੜ ਕੇ ਕਵਾਂਗੇ ਵੀ ਤੁਸੀਂ ਫੂਕਾਂ ਮਾਰੋ, ਬਾਬਰ ਦੀ ਫੌਜ ਲੰਗੜੀ ਕਰ ਦਿਓ, ਬਾਬਰ ਦੀ ਫੌਜ ਨੂੰ ਅੱਗ ਲਾ ਦਿਓ। ਜਿਵੇਂ ਅੱਜ ਵੀ ਕਈ ਵਾਰ ਤੁਸੀਂ ਵੇਖਦੇ ਹੋ ਨਾ ਵੀ ਆਹ ਦਿਖਾਇਆ ਜਾਂਦਾ ਟੀਵੀ ਤੇ ਵੀ ਮੂੰਹ ਵਿੱਚੋਂ ਫੂਕ ਮਾਰ ਕੇ ਅੱਗ ਲਾ ਦਿੱਤੀ, ਪਰ ਇਵੇਂ ਹੁੰਦਾ ਨਹੀਂ। ਸਾਹਿਬ ਕਹਿਣ ਲੱਗੇ, ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ, ਓਨੀ ਤੁਪ ਕਤਾਨ ਚਲਾਈ, ਓਨੀ ਹਸਤ ਚੜਾਈ, ਕਿਉਂਕਿ ਕੋਟੀ ਹੂੰ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਧਾਇਆ, ਕੋਈ ਮੁਗਲ ਨਾ ਹੋਆ ਅੰਦਾ ਕਿਨੇ ਨਾ ਪਰਚਾ ਲਾਇਆ। ਇਕੱਲਾ ਮੀਰ ਬਾਬਰ ਜਾਬਰ ਬਣ ਗਿਆ, ਤੇ ਇੱਥੋਂ ਦੇ ਲੋਕ ਜਿਨ੍ਹਾਂ ਕੋਲ ਮੀਰੀ ਨਹੀਂ ਸੀ, ਕੇਵਲ ਪੀਰੀ ਸੀ, ਇੱਥੋਂ ਦੇ ਲੋਕ ਕਾਇਰ ਤੇ ਬੁਝਦਿਲ ਬਣ ਕੇ ਬਾਬਰ ਦੇ ਕੋਲੋਂ ਕੁੱਟ ਖਾਂਦੇ ਰਹੇ। ਬਾਬਰ ਨੇ ਰਤਨਾ ਵਰਗੇ ਜੀਵਨ ਕੁੱਤਿਆਂ ਦੀ ਤਰ੍ਹਾਂ ਰੋਲ ਦਿੱਤੇ। ਰਤਨ ਵਗਾੜ ਵਗੋਏ, ਕੁੱਤੀ ਮੋਇਆ ਸਾਰ ਨਾ ਕਾਈ। ਜਦੋਂ ਬਾਬਰ ਬਾਣੀ ਦੇ ਸ਼ਬਦ ਆਪਾਂ ਪੜਾਂਗੇ ਨਾ, ਬਾਬਰ ਬਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ, ਉਹਦੇ ਵਿੱਚ ਸਾਰਾ ਜ਼ਿਕਰ ਆਉਂਦਾ ਹੈ।
ਵੀ ਜੇ ਮੀਰੀ ਪੀਰੀ ਵੱਖੋ ਵੱਖਰੀ ਆ ਨਾ ਤੇ ਬੜਾ ਸੰਸਾਰ ਦਾ ਨੁਕਸਾਨ ਹੁੰਦਾ ਹੈ। ਇਹ ਇਕੱਠੀ ਰਹਿਣੀ ਚਾਹੀਦੀ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ 20 ਰਸ ਵਾਲਾ ਰੂਪ ਧਾਰਨ ਕੀਤਾ ਤੇ ਕਈ ਕੱਚੇ ਪਿੱਲੇ ਇਹ ਕਹਿਣ ਲੱਗੇ, ਵੇਖੋ ਜੀ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਪਰਿਵਰਤਨ ਆ ਗਿਆ, ਤਬਦੀਲੀ ਆ ਗਈ ਹੈ। ਪਰ ਜਿਹੜੇ ਸਿਆਣੇ ਸਨ ਉਹ ਸਮਝਦੇ ਸਨ ਵੀ ਜਿਵੇਂ ਇੱਕ ਡਾਕਟਰ ਕਿਸੇ ਜ਼ਖਮ ਨੂੰ ਮਲਮ ਪੱਟੀ ਕਰਕੇ ਠੀਕ ਕਰਦਾ, ਪਰ ਜਦੋਂ ਉਹ ਜ਼ਖਮ ਠੀਕ ਨਾ ਹੋਵੇ, ਨਸੂਰ ਬਣ ਜੇ, ਤੇ ਫਿਰ ਉਹੀਓ ਡਾਕਟਰ ਨਕਾਬ ਪਹਿਨ ਕੇ ਚੀਰ ਫਾੜ ਕਰਕੇ ਆਪਰੇਸ਼ਨ ਨਾਲ ਉਹ ਜ਼ਖਮ ਨੂੰ ਠੀਕ ਕਰਦਾ ਤੇ ਮਰੀਜ਼ ਸਮਝਦਾ ਵੀ ਡਾਕਟਰ ਉਹੀ ਹੈ ਜਿਨਨੇ ਪਹਿਲਾਂ ਮਲਮ ਪੱਟੀ ਲਾਈ ਤੇ ਅੱਜ ਮੈਨੂੰ ਠੀਕ ਕਰਨ ਵਾਸਤੇ ਉਹ ਆਪਰੇਸ਼ਨ ਕਰ ਰਿਹਾ। ਪਰ ਜਿਹੜੇ ਓਪਰੀ ਨਜ਼ਰ ਨਾਲ ਵੇਖਣ ਵਾਲੇ ਸਨ ਉਹਨਾਂ ਨੇ ਤੇ ਇੱਥੇ ਤੱਕ ਵੀ ਕਹਿ ਦਿੱਤਾ ਵੀ ਗੁਰੂ ਨਾਨਕ ਸਾਹਿਬ ਜੀ ਦਾ ਸ਼ਾਂਤੀ ਦਾ ਸੋਮਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਫੌਜੀ ਮਾਰੂਥਲ ਵਿੱਚ ਆ ਕੇ ਸੁੱਕ ਗਿਆ, ਕਿਉਂਕਿ ਉਹਨਾਂ ਨੂੰ ਇੱਕ ਭੁਲੇਖਾ ਸੀ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ ਕਈ ਕੱਚੇ ਪਿੱਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇਹ 20 ਰਸੀ ਰੂਪ ਵੇਖ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪਏ। ਉਹਨਾਂ ਨੇ 2 ਪੌੜੀਆਂ ਉਚਾਰਨ ਕੀਤੀਆਂ। ਇੱਕ ਪੌੜੀ ਐਸੀ ਹੈ ਜਿਹਦੇ ਵਿੱਚ ਅੱਧੀ ਪੰਕਤੀ ਵਿੱਚ ਜ਼ਿਕਰ ਵੀ ਲੋਕ ਕਹਿ ਰਹੇ ਸਨ ਵੀ ਪਹਿਲੇ 5 ਗੁਰੂ ਸਾਹਿਬਾਨ ਕੀ ਕਰਦੇ ਸਨ ਤੇ ਹੁਣ 6ਵਾਂ ਸਤਿਗੁਰੂ ਕੀ ਕਰ ਰਿਹਾ। ਭਾਈ ਗੁਰਦਾਸ ਜੀ ਕਹਿਣ ਲੱਗੇ ਵੀ ਉਹ ਲੋਕ ਕਹਿ ਰਹੇ ਨੇ, ਧਰਮਸ਼ਾਲ ਕਰ ਬਹੀ ਦਾ ਇਕਤ ਥਾਂ ਨਾ ਟਿਕੈ ਟਿਕਾਇਆ, ਵੀ ਪਹਿਲਾਂ 5 ਗੁਰੂ ਸਾਹਿਬਾਨ ਧਰਮਸ਼ਾਲਾ ਵਿੱਚ ਬੈਠਦੇ ਤੇ 6ਵਾਂ ਗੁਰੂ ਇੱਕ ਜਗ੍ਹਾ ਤੇ ਟਿਕ ਕੇ ਬਹਿੰਦਾ ਹੀ ਕੋਈ ਨਹੀਂ। ਉਹ ਕਹਿਣ ਲੱਗੇ ਪਾਤਸ਼ਾਹ ਘਰ ਆਮਦੇ ਗੜ ਚੜਿਆ ਪਾਤਸ਼ਾਹ ਚੜਾਇਆ, ਵੀ ਪਹਿਲਾਂ ਤਾਂ ਸੁਣੀਦਾ ਸੀ ਅਕਬਰ ਵਰਗੇ ਬਾਦਸ਼ਾਹ ਦਰਸ਼ਨ ਕਰਨ ਆਉਂਦੇ, ਤੇ ਹੁਣ ਸੁਣੀਦਾ ਵੀ ਜਹਾਂਗੀਰ ਇਹਨਾਂ ਨੂੰ ਗਵਾਲੀਅਰ ਦੇ ਵਿੱਚ ਮਾਨੋ ਉੱਥੇ ਕੈਦ ਕਰਕੇ ਭੇਜ ਰਿਹਾ। ਅਗਲੀ ਗੱਲ ਉਹਨਾਂ ਕਈ ਕਹਿਣ ਲੱਗੇ ਉਮਤ ਮੈਲ ਨਾ ਪਾਵੰਦੀ ਨੱਠਾ ਫਿਰੇ ਨਾ ਡਰਿਆ ਡਰਾਇਆ, ਮੰਜੀ ਬੈ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਖਿਲਾਇਆ। ਪਹਿਲਾਂ ਤਾਂ ਗੁਰੂ ਸਾਹਿਬ ਮੰਜੀ ਸਾਹਿਬ ਬੈਠ ਕੇ ਉਪਦੇਸ਼ ਕਰਦੇ, ਸੰਗਤਾਂ ਨੂੰ ਸਤ ਸੰਤੋਖ ਦਾ ਦਾਨ ਦਿੰਦੇ, ਤੇ ਹੁਣ ਪੁੱਛੀਦਾ ਵੀ 6ਵਾਂ ਪਾਤਸ਼ਾਹ ਕਿੱਥੇ ਆ, ਤੇ ਕਹਿੰਦੇ ਨੇ ਉਹ ਸਿੱਖਾਂ ਨੂੰ ਨਾਲ ਲੈ ਕੇ, ਸ਼ਿਕਾਰੀ ਕੁੱਤੇ ਨਾਲ ਲੈ ਕੇ ਸ਼ਿਕਾਰ ਖੇਡਣ ਵਾਸਤੇ ਗਿਆ। ਇਹ ਸਾਰਾ ਜ਼ਿਕਰ ਜਦੋਂ ਹੋ ਰਿਹਾ ਸੀ ਨਾ, ਤੇ ਭਾਈ ਗੁਰਦਾਸ ਜੀ ਨੇ ਸੁਣਿਆ ਵੀ ਕਈ ਕਹਿ ਰਹੇ ਨੇ ਵੀ ਬਾਣੀ ਕਰ ਸੁਣ ਗਾਵਦਾ, ਕਥੈ ਨਾ ਸੁਣੈ ਨਾ ਗਾਵ ਸੁਣਾਇਆ। ਪਹਿਲਾਂ ਬਾਣੀ ਉਚਾਰਨ ਕਰਦੇ, ਗੁਰਬਾਣੀ ਨੂੰ ਗਾਉਂਦੇ, ਪੜ੍ਹਦੇ, ਵਿਆਖਿਆ ਕਰਦੇ। ਹੁਣ ਪਤਾ ਲੱਗਾ 6ਵੇਂ ਪਾਤਸ਼ਾਹ ਨੇ ਨਾ ਬਾਣੀ ਉਚਾਰਨ ਕੀਤੀ ਹੈ, ਸਗੋਂ ਢਾਡੀ ਵਾਰਾਂ ਸ਼ੁਰੂ ਕਰਵਾ ਦਿੱਤੀਆਂ ਨੇ। ਇਹ ਸਾਰਾ ਕੁਝ ਸੁਣ ਕੇ ਭਾਈ ਗੁਰਦਾਸ ਜੀ ਕਹਿਣ ਲੱਗੇ ਜਿਹੜੇ ਭੋਲੇ ਭਾਲੇ ਲੋਕ ਸਨ ਉਹਨਾਂ ਦਾ ਸ਼ੰਕਾ ਨਿਵਰਤ ਕਰਨ ਵਾਸਤੇ ਜਦੋਂ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਾਹਰੀ ਰੂਪ ਵੇਖਿਆ ਨਾ, ਕਿ ਸਤਿਗੁਰੂ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ, ਮੀਰੀ ਪੀਰੀ ਦੀਆਂ 2 ਕਿਰਪਾਨਾਂ ਧਾਰਨ ਕੀਤੀਆਂ, ਦੋਹਰੀ ਦਸਤਾਰ ਗੁਰੂ ਹਰਗੋਬਿੰਦ ਸਾਹਿਬ ਸਜਾਉਂਦੇ, 2 ਘੋੜਿਆਂ ਤੇ ਸਵਾਰੀ ਕਰਦੇ, 2200 ਘੋੜਸਵਾਰ ਸੈਨਿਕ ਤੇ ਮੀਰ ਨੱਥਾ ਅਬਦੁੱਲਾ ਢਾਡੀ ਭਾਈ ਬਿਧੀ ਚੰਦ ਹੋਰਾਂ ਨੂੰ ਭੇਜ ਕੇ ਸੁਰ ਸਿੰਘ ਨਗਰ ਤੋਂ ਬੜੇ ਸਤਿਕਾਰ ਸਹਿਤ ਹਾਥੀ ਤੇ ਬਿਠਾ ਕੇ ਉਹਨਾਂ ਨੂੰ ਲਿਆਂਦਾ ਗਿਆ। ਜਦੋਂ ਇਸ ਤਰ੍ਹਾਂ ਦਾ 20 ਰਸ ਵਾਲਾ ਰੂਪ ਵੇਖਿਆ, ਕਿਉਂਕਿ ਢਾਡੀ ਵੀ ਇਹ ਗਾਇਨ ਕਰ ਰਹੇ ਸਨ, ਸੱਚਾ ਤਖਤ ਸੁਹਾਇਓ ਸ੍ਰੀ ਗੁਰ ਪਾਏ ਹੈ। ਸਾਰੀਆਂ ਸੰਗਤਾਂ ਨੂੰ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ, ਉੱਥੇ ਅੱਜ ਦੇ ਦਿਨ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਹੋਈ ਉਹਦੀਆਂ ਵੀ ਵਧਾਈਆਂ, ਕਿਉਂਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਦਿਵਸ ਮਨਾਇਆ ਜਾ ਰਿਹਾ। ਤੇ ਉਹਨਾਂ ਢਾਡੀ ਜਥਿਆਂ ਨੇ, ਮੀਰ ਨੱਥਾ ਤੇ ਮੀਰ ਅਬਦੁੱਲਾ ਨੇ ਜਸ ਗਾਇਨ ਕੀਤਾ, ਕਹਿਣ ਲੱਗੇ ਸੱਚਾ ਤਖਤ ਸੁਹਾਇਓ ਸ੍ਰੀ ਗੁਰ ਪਾਏ ਕੈ, ਸ਼ਬ ਬਰਨੀ ਨਾ ਜਾਏ ਕਹੋ ਕਿਆ ਗਾਏ ਕੈ, ਰਬ ਸਸ ਭਏ ਮਲੀਨ ਸੋ ਦਰਸ ਦਿਖਾਏ ਕੈ, ਸ੍ਰੀ ਗੁਰ ਤਖਤ ਬਰਾਜੇ ਪ੍ਰਭੂ ਧਿਆਏ ਕੈ, ਮੀਰ ਨੱਥਾ ਓ ਅਬਦੁੱਲਾ ਜਸ ਕਯੋ ਬਣਾਏ ਕੈ, 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਤੇ ਜਦੋਂ ਮਾਨੋ ਗੱਜ ਫੇਰਦੇ ਸਰੰਗੀ ਤੇ ਜਿਹੜਾ ਬਾਰ-ਬਾਰ ਤੁਕ ਪੜੀ ਜਾਂਦੀ ਸੀ ਨਾ, ਜਿਵੇਂ ਰਾਗੀ ਸਿੰਘ ਇੱਕ ਤੁਕ ਨੂੰ ਆਧਾਰ ਮੰਨ ਕੇ ਰਹਾਓ ਵਾਲੀ ਤੁਕ ਜਿਹੜੀ ਹੈ ਨਾ, ਉਹਦੀ ਟੇਕ ਲੈ ਕੇ ਉਹਨੂੰ ਬਾਰ-ਬਾਰ ਗਾਉਂਦੇ ਨੇ। ਤੇ ਜਦੋਂ ਢਾਡੀ ਵਾਰਾਂ ਗਾਇਨ ਹੋਈਆਂ ਤੇ ਸਰੰਗੀ ਦੇ ਉੱਪਰ ਗੱਜ ਫਿਰਦਾ ਤੇ ਜਿਹੜੀ ਬਾਰ-ਬਾਰ ਤੁਕ ਰਿਪੀਟ ਹੁੰਦੀ,
ਉਹ ਤੁਕ ਇਹ ਸੀ, ਪੱਗ ਤੇਰੀ ਕੀ ਜਹਾਂਗੀਰ ਦੀ। ਭਾਵ ਕਿ ਜਹਾਂਗੀਰ ਵੀ ਤਖਤ ਤੇ ਬੈਠਦਾ, ਉਹਦੇ ਗਲ ਵਿੱਚ ਵੀ ਤਲਵਾਰ ਹੈ, ਕਿਉਂਕਿ ਤਲਵਾਰ ਰਾਜ ਭਾਗ ਦਾ ਨਿਸ਼ਾਨ ਹੈ। ਉਹਦੇ ਸਿਰ ਤੇ ਵੀ ਪੱਗ ਹੈ, ਕਿਉਂਕਿ ਪੱਗ ਬੰਨ੍ਹ ਕੇ ਉਹ ਤਖਤ ਤੇ ਬੈਠ ਸਕਦਾ ਸੀ। ਪਰ ਹੇ ਗੁਰੂ ਹਰਗੋਬਿੰਦ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਹਾਂਗੀਰ ਦਾ ਦਿੱਲੀ ਦਾ ਤਖਤ ਕੀ ਹੈ? ਜਹਾਂਗੀਰ ਦੀ ਜਿਹੜੀ ਤਲਵਾਰ ਹੈ, ਤੁਹਾਡੀਆਂ ਮੀਰੀ ਪੀਰੀ ਦੀਆਂ ਤਲਵਾਰਾਂ ਦੇ ਸਾਹਮਣੇ ਉਹਦੀ ਤਲਵਾਰ ਕੀ ਹੈ? ਜਿਹੜੀ ਤੁਸੀਂ ਸੋਹਣੀ ਦੋਹਰੀ ਦਸਤਾਰ ਸਜਾਉਂਦੇ ਹੋ, ਤੁਹਾਡੀ ਪੱਗ ਦੇ ਸਾਹਮਣੇ ਜਹਾਂਗੀਰ ਦੀ ਪੱਗ ਕੀ ਹੈ? ਪੱਗ ਤੇਰੀ ਕੀ ਜਹਾਂਗੀਰ ਦੀ। ਕਹਿੰਦੇ ਇੰਨੀ ਉੱਚੀ ਇਹ ਆਵਾਜ਼ ਬੁਲੰਦ ਹੁੰਦੀ, ਯਤਨ ਹੁੰਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਇਹ ਵਾਰ ਗਾਈ ਜਾਵੇ ਤੇ ਪਹੁੰਚੇ ਇਹ ਦਿੱਲੀ ਤੱਕ। ਉਦੋਂ ਜਿਹੜੇ ਤਰੀਕੇ ਸਨ CID ਦੇ, ਉਹ ਪਹੁੰਚਾਉਂਦੇ ਵੀ ਹੋਣਗੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸ਼ਾਹੀ ਠਾਠ ਬਾਠ ਇਸ ਤਰ੍ਹਾਂ ਦਾ। ਭਾਈ ਗੁਰਦਾਸ ਜੀ ਨੇ ਜਦੋਂ ਸੁਣਿਆ ਕਿ ਤਰਕ ਕਰਨ ਵਾਲੇ ਲੋਕ ਤਰਕ ਕਰਦੇ ਨੇ, ਫਿਰ ਭਾਈ ਗੁਰਦਾਸ ਜੀ ਨੇ, ਕਿਉਂਕਿ ਉਹਨਾਂ ਦੀ ਗੁਰੂ ਹਰਗੋਬਿੰਦ ਸਾਹਿਬ ਤੇ ਇੰਨੀ ਆਸਥਾ ਸੀ, ਉਹਨਾਂ ਨੇ ਇਹ ਬਚਨ ਕਹੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚਮੁੱਚ ਐਸੇ ਭਾਰੀ ਪੁਰਖ ਸੰਸਾਰ ਦੇ ਸਾਹਮਣੇ ਆਏ ਨੇ ਵੀ ਉਹਨਾਂ ਨੇ 4 ਧਰਮ ਯੁੱਧ ਲੜੇ। ਪਹਿਲੇ ਯੁੱਧ ਵਿੱਚ ਮੁਗਲ ਸਿੱਖਾਂ ਆਇਆ ਤੇ ਸੈਨਾ ਦੀ ਗਿਣਤੀ 7000। ਮੁਗਲ ਸਿੱਖਾਂ ਕਹਿਣ ਲੱਗਾ, ਆਪਾਂ ਸਿਪਾਹੀ ਨਾ ਮਰਵਾਈਏ, ਤੁਸੀਂ ਸਿੱਖਾਂ ਦੇ ਜਰਨੈਲ, ਮੈਂ ਮੁਗਲਾਂ ਦਾ ਜਰਨੈਲ, ਆਪਾਂ ਆਮੋ ਸਾਹਮਣੇ ਹੱਥੋਂ ਹੱਥੀ ਯੁੱਧ ਕਰੀਏ। ਗੁਰੂ ਹਰਗੋਬਿੰਦ ਸਾਹਿਬ ਨੇ ਚੈਲੰਜ ਨੂੰ ਪ੍ਰਵਾਨ ਕੀਤਾ। ਸਾਹਿਬ ਕਹਿਣ ਲੱਗੇ, ਮੁਗਲ ਸਿੱਖਾਂ ਪਹਿਲਾਂ ਵਾਰ ਤੂੰ ਕਰ। ਉਹਨੇ ਜਦੋਂ ਵਾਰ ਕੀਤੇ ਤੇ ਉਹਦੇ ਵਾਰ ਨਿਫਲ ਚਲੇ ਗਏ। ਫਿਰ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਧਿਆਲਾ ਹੁਣ ਅੱਲਾ ਨੂੰ, ਯਾਦ ਕਰ ਆਪਣੇ ਖੁਦਾ ਨੂੰ। ਇੰਨੇ ਭਾਰੀ ਪੁਰਖ ਕਿ ਹੱਥ ਵਿੱਚ ਜਦੋਂ ਤਲਵਾਰ ਪਕੜ ਕੇ ਮੁਗਲ ਸਿੱਖਾਂ ਤੇ ਵਾਰ ਕੀਤਾ, ਇਤਿਹਾਸ ਕਹਿੰਦਾ ਇਸ ਪਾਸੇ ਤੋਂ ਤਲਵਾਰ ਚੱਲੀ ਤੇ ਦੂਸਰੇ ਪਾਸੇ ਨੂੰ ਚੀਰਦੀ ਹੋਈ, ਜਿਵੇਂ ਸਾਬਣ ਵਿੱਚ ਤਾਰ ਫਿਰਦੀ ਹੈ, ਮੁਗਲ ਸਿੱਖਾਂ ਨੂੰ ਇਹਨੇ ਚੀਰ ਕੇ ਰੱਖ ਦਿੱਤਾ। ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਇਸ ਤੋਂ ਪਹਿਲਾਂ ਜਹਾਂਗੀਰ ਦੇ ਸਾਹਮਣੇ ਸ਼ੇਰ ਦਾ ਸ਼ਿਕਾਰ ਕਰ ਚੁੱਕੇ ਸਨ। ਸ਼ੇਰ ਨੂੰ ਆਪਣੀ ਤਲਵਾਰ ਨਾਲ, ਆਪਣੀ ਕਿਰਪਾਨ ਦੇ ਨਾਲ ਉਹ ਝਟਕਾ ਚੁੱਕੇ ਸਨ ਤੇ ਜਹਾਂਗੀਰ ਇਹ ਸਭ ਕੁਝ ਵੇਖ ਰਿਹਾ ਸੀ। ਹੁਣ ਸ਼ਾਹਜਹਾਨ ਦਾ ਸਮਾਂ ਆਇਆ ਤੇ ਮੁਗਲ ਸਿੱਖਾਂ ਨੂੰ ਚੀਰ ਕੇ ਰੱਖ ਦਿੱਤਾ। ਫਿਰ ਸ੍ਰੀ ਹਰਗੋਬਿੰਦਪੁਰ, ਜਿੱਥੇ ਅਬਦੁੱਲਾ ਖਾਂ ਦੂਣੀ ਸੈਨਾ 15000 ਲੈ ਕੇ ਆਇਆ। ਫਿਰ ਤੀਸਰੇ ਯੁੱਧ ਵਿੱਚ ਗੁਰੂ ਸਰ ਮਹਾਰਾਜ ਮਾਲਵੇ ਦੀ ਧਰਤੀ ਤੇ 35000 ਸੈਨਾ ਤੇ ਜਰਨੈਲ ਵੀ ਦੁੱਗਣੇ, ਲੱਲਾ ਬੇਗ ਤੇ ਕਮਰ ਬੇਗ। ਤੇ ਜਿਹੜਾ ਚੌਥਾ ਯੁੱਧ ਕਰਤਾਰਪੁਰ ਸਾਹਿਬ ਦੁਆਬੇ ਲੜਿਆ ਗਿਆ, ਹੱਥੀਂ ਪਾਲਿਆ ਪੈਂਦੇ ਖਾਂ ਜਦੋਂ ਨਮਕ ਹਰਾਮ ਬਣ ਕੇ ਕਾਲੇ ਖਾਂ ਨੂੰ, ਅਨਵਰ ਖਾਂ ਨੂੰ, ਉਸਮਾਨ ਖਾਂ ਨੂੰ ਨਾਲ ਲੈ ਕੇ ਆਇਆ ਤੇ ਇਤਿਹਾਸ ਕਹਿੰਦਾ 75000 ਦੇ ਕਰੀਬ ਸੈਨਾ। ਪਰ ਤਵਾਰੀਖ ਇਹ ਕਹਿੰਦੀ ਆ ਵੀ ਇੱਕ ਵੀ ਜਰਨੈਲ ਗੁਰੂ ਹਰਗੋਬਿੰਦ ਸਾਹਿਬ ਨੇ ਜਿਉਂਦਾ ਵਾਪਸ ਨਹੀਂ ਸੀ ਜਾਣ ਦਿੱਤਾ। ਮੂੰਹ ਭੰਨ ਕੇ ਰੱਖ ਦਿੱਤੇ। ਕਹਿਣ ਲੱਗੇ ਕਿਤੇ ਇਹ ਨਾ ਸਮਝ ਲਿਓ ਵੀ ਕਮਜ਼ੋਰੀ ਹੈ, ਉਹ ਸ਼ਾਂਤੀ ਦੀ ਹੱਦ ਸੀ। ਤੇ ਆਹ ਹੁਣ ਤੁਹਾਨੂੰ ਅਸੀਂ ਵੀਰ ਰਸ ਦੀ, ਬਹਾਦਰੀ ਦੀ ਹੱਦ ਵਿਖਾਉਨੇ। ਜਦੋਂ ਭਾਈ ਗੁਰਦਾਸ ਜੀ ਨੇ ਸੁਣਿਆ ਵੀ ਓਪਰੀ ਨਜ਼ਰ ਵਾਲੇ ਭੋਲੇ ਭਾਲੇ ਲੋਕ ਇਸ ਤਰ੍ਹਾਂ ਦਾ ਤਰਕ ਕਰ ਰਹੇ ਨੇ, ਭਾਈ ਗੁਰਦਾਸ ਜੀ ਨੇ ਇੱਕ ਹੋਰ ਪੌੜੀ ਉਚਾਰਨ ਕੀਤੀ। ਕਹਿਣ ਲੱਗੇ, ਵੇਖੋ ਜੇ ਕਿਸੇ ਮਨੁੱਖ ਨੂੰ ਲੱਗੀ ਹੋਵੇ ਪਿਆਸ, ਉਹ ਤੁਰਿਆ ਜਾਂਦਾ ਹੋਵੇ, ਅੱਗੇ ਇਕਾਂਤ ਵਿੱਚ ਇੱਕ ਖੂਹੀ ਆਵੇ ਤੇ ਉਹ ਖੂਹੀ ਕੋਲ ਪਹੁੰਚ ਕੇ ਵੇਖੇ ਵੀ ਬਾਲਟੀ ਵੀ ਪਈ ਹੈ, ਲੱਜ ਰੱਸਾ ਵੀ ਪਿਆ, ਤੇ ਉਹ ਬੰਦਾ ਹੱਥ ਜੋੜ ਕੇ ਮੱਥਾ ਟੇਕ ਕੇ ਕਵੇ, ਤਰਲੇ ਲੈ ਕੇ ਕਵੇ, ਖੂਹ ਜੀ, ਬਾਲਟੀ ਜੀ, ਲੱਜ ਜੀ, ਮੈਨੂੰ ਪੀਣ ਵਾਸਤੇ ਪਾਣੀ ਦੇ ਦਿਓ। ਕਹਿੰਦੇ ਕਦੇ ਉਹ ਪਾਣੀ ਪੀਵੇਗਾ? ਉੱਥੇ ਤੇ ਬਾਲਟੀ ਦੇ ਗਲ ਨੂੰ ਰੱਸਾ ਬੰਨ੍ਹ ਕੇ ਉਹਨੂੰ ਖੂਹ ਵਿੱਚ ਲਮਕਾਵਾਂਗੇ ਤੇ ਫਿਰ ਪਾਣੀ ਨਿਕਲੇ। ਦੂਸਰੀ ਉਦਾਹਰਨ ਭਾਈ ਗੁਰਦਾਸ ਜੀ ਨੇ ਦਿੱਤੀ। ਕਹਿਣ ਲੱਗੇ, ਘਰਾਂ ਦੇ ਵਿੱਚ ਤੇਲ ਤੁਸੀਂ ਵਰਤਦੇ ਹੋ ਨਾ, ਘਰਾਂ ਦੇ ਵਿੱਚ ਸਬਜ਼ੀ ਬਣਾਉਣ ਲਈ ਵੀ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ, ਸਰੀਰ ਨੂੰ ਵੀ ਲੋਕੀ ਤੇਲ ਦੀ ਮਾਲਿਸ਼ ਕਰਦੇ ਨੇ। ਪਰ ਜਦੋਂ ਤੱਕ ਤੁਸੀਂ ਤਿਲਾਂ ਨੂੰ ਜਾਂ ਸਰੋਂ ਨੂੰ, ਤੋਰੀਏ ਨੂੰ ਕੋਲੂ ਵਿੱਚ ਪੀੜ ਨਹੀਂ ਦਿੰਦੇ, ਉਦੋਂ ਤੱਕ ਕਦੇ ਤੇਲ ਨਿਕਲਦਾ। ਤੀਸਰੀ ਉਦਾਹਰਨ ਦਿੱਤੀ। ਕਹਿਣ ਲੱਗੇ, ਕਿਸੇ ਜ਼ਹਿਰੀਲੇ ਸੱਪ ਕੋਲ ਹੋਵੇ ਮਣੀ ਤੇ ਤੁਸੀਂ ਹੱਥ ਜੋੜੀ ਜਾਓ, ਸੱਪ ਜੀ ਮਣੀ ਦੇ ਦਿਓ, ਸੱਪ ਦਾ ਸਿਰ ਫੇਂਕ ਕੇ ਉਹਦੇ ਵਿੱਚੋਂ ਮਣੀ ਨਿਕਲਦੀ ਹੈ। ਜੇ ਖਾਣ ਵਾਲੀਆਂ ਚੀਜ਼ਾਂ ਨਾਲ ਤੁਹਾਡਾ ਚਿੱਤ ਜੁੜਿਆ ਤੇ ਕਦੇ ਤੁਹਾਡਾ ਚਿੱਤ ਕਰੇ ਵੀ ਨਾਰੀਅਲ ਦੀ ਗਰੀ ਖਾਣੀ ਆ, ਨਾਰੀਅਲ ਦਾ ਮੂੰਹ ਭੰਨ ਕੇ ਉਹਦੇ ਵਿੱਚੋਂ ਖਾਣ ਲਈ ਗਰੀ ਮਿਲਦੀ।
ਭਾਈ ਗੁਰਦਾਸ ਜੀ ਨੇ ਇਹ ਉਦਾਹਰਨਾਂ ਦੇ ਕੇ ਕਹਿਣ ਲੱਗੇ, ਜਿਵੇਂ ਲੋਹਾ ਸਿੱਧਾ ਕਰਨਾ ਹੋਵੇ ਨਾ ਤੇ ਕਿਸੇ ਲੋਹਾਰ ਨੂੰ ਪੁੱਛੋ ਵੀ ਪਹਿਲਾਂ ਲੋਹੇ ਨੂੰ ਗਰਮ ਕਰਦਾ ਤੇ ਫਿਰ ਬਦਾਨ ਦੀਆਂ ਸੱਟਾਂ ਮਾਰਦਾ। ਸੱਚੀ ਮੁੱਚੀ ਜਿਹੜੇ ਜ਼ਾਲਮ ਵਿਗੜ ਜਾਣ ਉਹਨਾਂ ਨੂੰ ਤੇ ਲੋਹੇ ਨੂੰ ਸਿੱਧਾ ਕਰਨ ਵਾਸਤੇ ਫਿਰ ਇੱਕੋ ਹੀ ਤਰੀਕਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਪਣਾਇਆ। ਇਹ ਭਾਈ ਗੁਰਦਾਸ ਜੀ ਜਿਨ੍ਹਾਂ ਦੀ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੀਰਤਨ ਹੁੰਦਾ ਹੈ, ਗੁਰਬਾਣੀ ਦੀ ਵਿਆਖਿਆ ਸਰੂਪ ਹੈ ਉਹਨਾਂ ਦੀ ਰਚਨਾ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠ ਹਰ ਨਾਮ ਧਿਆਵੈ। ਤੇ ਭਾਈ ਗੁਰਦਾਸ ਜੀ ਵਿਆਖਿਆ ਕਰਦੇ ਨੇ ਕਿ ਗੁਰਸਿੱਖ ਭਲਕੇ ਉਠ ਕਰ ਅੰਮ੍ਰਿਤ ਵੇਲਾ ਸਰਨਾ ਵੰਦਾ, ਗੁਰ ਕੇ ਬਚਨ ਉਚਾਰ ਕੇ ਧਰਮਸਾਲ ਦੀ ਸੁਰਤ ਕਰੰਦਾ। ਭਾਈ ਗੁਰਦਾਸ ਜੀ ਨੇ ਉੱਥੇ ਪੌੜੀ ਉਚਾਰਨ ਕੀਤੀ, ਕਹਿਣ ਲੱਗੇ, ਜਿਉਂ ਕਰ ਖੂਹੋਂ ਨਿਕਲੈ ਗਲ ਬੱਧੇ ਪਾਣੀ, ਜਿਉਂ ਮਨ ਕਾਲੇ ਸੱਪ ਸਿਰ ਹੱਥ ਦੋਏ ਨਾ ਜਾਣੀ, ਜਾਣ ਕਥੂਰੀ ਮਿਰਗ ਤਨ ਮਰ ਮੁੱਕੈ ਆਣੀ, ਤੇਲ ਤਿਲੋਂ ਕਿਉਂ ਨਿਕਲੈ ਵਿਣ ਪੀੜੇ ਕਹਾਣੀ, ਜਿਉਂ ਮੂੰਹ ਭੰਨੇ ਗਰੀ ਦੇ ਨਲੀਏਰ ਨਿਸ਼ਾਨੀ, ਬੇਮੁਖਾਂ ਲੋਹਾ ਸਾਧੀਐ ਵਗਦੀ ਵਧਾਣੀ। ਇਵੇਂ ਜਿਹੜੇ ਬੇਮੁਖ ਨੇ, ਵਿਗੜੇ ਤਿਗੜੇ ਨੇ, ਸਿਆਣੇ ਕਹਿੰਦੇ ਨੇ ਵਿਗੜਿਆਂ ਤਿਗੜਿਆਂ ਦਾ ਡੰਡਾ ਪੀਰ। ਤੇ ਗੁਰੂ ਘਰ ਦੇ ਵਿੱਚ ਇਸੇ ਕਰਕੇ ਹੀ ਸਾਹਿਬ ਨੇ ਅਸ ਕਿਰਪਾਨ ਖੰਡੋ ਖੜਗ ਤੁਬਕ ਤਵਰ ਅਰ ਤੀਰ, ਸਹਿਬ ਸਿਰੋਹੀ ਸੈਥੀ ਜਹੀ ਹਮਾਰੇ ਪੀਰ। ਉਵੇਂ ਅਕਾਲ ਪੁਰਖ ਵਾਹਿਗੁਰੂ ਨੂੰ ਮੀਰ ਤੇ ਪੀਰ ਕਿਹਾ, ਪਰ ਜਦੋਂ ਵਿਗੜੇ ਤਿਗੜੇ ਲੋਕਾਂ ਦੀ ਗੱਲ ਆਈ ਤੇ ਸਾਹਿਬ ਕਹਿੰਦੇ ਉਹਨਾਂ ਲਈ ਆ ਸ਼ਸਤਰ ਜਿਹੜੇ ਨੇ, ਜਿਵੇਂ ਵਿਗੜਿਆਂ ਤਿਗੜਿਆਂ ਲਈ ਡੰਡਾ ਪੀਰ ਹੁੰਦੇ ਨੇ ਨਾ, ਉਸ ਸੰਦਰਭ ਦੇ ਵਿੱਚ ਦਸਵੇਂ ਜਾਮੇ ਵਿੱਚ ਜਾ ਕੇ ਬਚਨ ਕਹੇ। ਇਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜ਼ਾਲਮਾਂ ਦੇ ਮੂੰਹ ਭੰਨ ਕੇ ਰੱਖ ਦਿੱਤੇ। ਤੇ ਜਦੋਂ ਉਹਨਾਂ ਦੇ ਅਸੀਂ ਕੋਮਲ ਹਿਰਦੇ ਵੱਲ ਵੇਖਦੇ ਹਾਂ, ਜੇ ਮਾਤਾ ਭਾਗ ਭਰੀ ਕਸ਼ਮੀਰ ਦੀ ਧਰਤੀ ਤੇ ਹੱਥੀਂ ਸੂਤ ਕੱਤ ਕੇ ਪੁਸ਼ਾਕ ਤਿਆਰ ਕਰਕੇ ਉਡੀਕਦੀ ਹੈ, ਤੇ ਮੀਰੀ ਪੀਰੀ ਦਾ ਮਾਲਕ ਉਸ ਮਾਂ ਦੀ ਸਦਰ ਪੂਰੀ ਕਰਨ ਵਾਸਤੇ ਅੰਮ੍ਰਿਤਸਰ ਦੀ ਧਰਤੀ ਤੋਂ ਪਹਾੜਾਂ ਦਾ ਰਸਤਾ ਤੈਅ ਕਰਕੇ ਉਸ ਬਜ਼ੁਰਗ ਮਾਤਾ ਕੋਲ ਪਹੁੰਚ ਕੇ ਜਾ ਕੇ ਆਖਦੇ ਨੇ, ਲਿਆ ਅੰਮਾ ਤੇਰਾ ਹੱਥੀ ਸੂਤ ਕੱਤ ਕੇ ਤਿਆਰ ਕੀਤਾ, ਚੋਗਾ ਪਾਉਣ ਲਈ ਆਇਆ। ਇੰਨਾ ਕੋਮਲ ਹਿਰਦਾ। ਅਸੀਂ ਤੇ ਇੰਨੇ ਕਠੋਰ ਹਾਂ ਵੀ ਬੰਦਾ ਆਪਣੀ ਪਤਨੀ, ਆਪਣੇ ਪਤੀ, ਆਪਣੇ ਬੱਚਿਆਂ ਵਿੱਚ ਇੰਨਾ ਮਸਰੂਫ ਕਿ ਕਦੇ ਮਾਂ ਦੀ ਗੱਲ ਨਹੀਂ ਜੇ ਸੁਣਦਾ, ਕਦੇ ਪਿਤਾ ਦੀ ਗੱਲ ਨਹੀਂ ਜੇ ਸੁਣਦਾ, ਤੜਫ ਰਹੇ ਹੋਣ। ਪਰ ਜਿਨ੍ਹਾਂ ਦਾ ਕੋਮਲ ਹਿਰਦਾ ਉਹ ਕਹਿਣਗੇ ਵੀ ਜੇ ਘਰ ਵਿੱਚ ਪਤਨੀ ਰਹਿ ਸਕਦੀ ਹੈ, ਪਤੀ ਰਹਿ ਸਕਦਾ, ਧੀ ਰਹਿ ਸਕਦੀ ਹੈ, ਪੁੱਤ ਰਹਿ ਸਕਦਾ, ਇਹ ਘਰ ਵਿੱਚ ਮਾਂ ਤੇ ਪਿਤਾ ਵੀ ਰਹਿਣਗੇ। ਗੁਰੂ ਹਰਗੋਬਿੰਦ ਸਾਹਿਬ ਦਾ ਇੰਨਾ ਕੋਮਲ ਹਿਰਦਾ ਵੀ ਲੋਕਾਂ ਨੇ ਆਪਣੀਆਂ ਮਾਵਾਂ ਘਰਾਂ ਵਿੱਚੋਂ ਕੱਢੀਆਂ, ਬਿਰਧ ਘਰਾਂ ਵਿੱਚ ਪਹੁੰਚਾਈਆਂ, ਪਰ ਉਹ ਮਾਂ ਜਿਹਦੇ ਨਾਲ ਬਲੱਡ ਰਿਲੇਸ਼ਨ ਵੀ ਨਹੀਂ, ਕਸ਼ਮੀਰ ਦੀ ਧਰਤੀ ਤੇ ਮਾਂ ਭਾਗ ਭਰੀ ਯਾਦ ਕਰਦੀ, ਤੇ ਉੱਥੇ ਗੁਰੂ ਹਰਗੋਬਿੰਦ ਸਾਹਿਬ ਜਾਂਦੇ ਵੀ ਮਾਂ ਦਾ ਦਿਲ ਨਾ ਟੁੱਟ ਜੇ। ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਬਢੀਰੇ ਤੁਮ ਹੋ ਤਿਨ ਸਿਓ ਝਗਰਤ ਪਾਪ। ਤੇਰੇ ਕੋਲ ਚੰਗੀ ਕੋਠੀ, ਤੇਰੇ ਕੋਲ ਬੜੀ ਅਮੀਰੀ, ਪਰ ਜੇ ਤੇਰੇ ਕੋਲ ਮਾਂ ਪਿਓ ਨਹੀਂ ਤੇ ਤੇਰੇ ਵਰਗਾ ਪਾਪੀ ਕੋਈ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬਚਨ ਨੇ ਵੀ ਜੇ ਮਾਂ ਪਿਓ ਨੂੰ ਤੂੰ ਕਿਤੇ ਹੋਰ ਛੱਡਿਆ ਹੋਇਆ, ਵੀ ਨਹੀਂ ਘਰ ਰੱਖਦਾ, ਨਹੀਂ। ਗਰੀਬ ਨਵਾਜ ਨੇ ਇੰਨਾ ਕੋਮਲ ਹਿਰਦਾ, ਜਦੋਂ ਵਾਪਸ ਆ ਰਹੇ ਨਾ ਕਸ਼ਮੀਰ ਤੋਂ, ਤੇ ਝਾੜੀਆਂ ਵਿੱਚੋਂ ਇੱਕ ਬੱਚੇ ਦੇ ਰੋਣ ਦੀ ਆਵਾਜ਼ ਆ ਰਹੀ ਸੀ। ਸਤਿਗੁਰਾਂ ਨੇ ਘੋੜਾ ਰੋਕਿਆ, ਸਿੱਖਾਂ ਨੂੰ ਕਹਿਣ ਲੱਗੇ, ਜਾਓ ਵੇਖੋ ਭਲਾ ਕਿਹੜਾ ਬੱਚਾ ਰੋ ਰਿਹਾ। ਸਿੱਖਾਂ ਨੇ ਜਾ ਕੇ ਵੇਖਿਆ ਤੇ ਕਹਿਣ ਲੱਗੇ, ਸਤਿਗੁਰੂ ਜੀ, ਕਿਸੇ ਅੰਧ ਵਿਸ਼ਵਾਸੀ ਮਾਂ ਬਾਪ ਨੇ ਕਿਸੇ ਤਾਂਤਰਿਕ ਦੇ ਕਹਿਣ ਤੇ ਵੀ ਬੱਚੇ ਦੇ ਜਨਮ ਤੋਂ ਦੰਦ ਨੇ, ਇਹ ਮਾਂ ਪਿਓ ਤੇ ਭਾਰੀ ਹੈ। ਆਪਣੀ ਔਲਾਦ ਨੂੰ ਵੇਖੋ ਮਲਿਆਂ ਵਿੱਚ ਝਾੜੀਆਂ ਵਿੱਚ ਸੁੱਟ ਕੇ ਉਹ ਘਰ ਨੂੰ ਚਲੇ ਗਏ। ਸਾਹਿਬ ਕਹਿਣ ਲੱਗੇ, ਫੇਰ ਕਹਿੰਦੇ ਜੀ ਐਸੇ ਬੱਚੇ ਨੂੰ ਲੋਕੀ ਕੁਥਰਾ ਕਹਿੰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਦਾ ਕਿੰਨਾ ਕੋਮਲ ਹਿਰਦਾ। ਘੋੜੇ ਤੋਂ ਥੱਲੇ ਉਤਰੇ, ਜਾ ਕੇ ਉਸ ਬੱਚੇ ਨੂੰ ਚੁੱਕਿਆ ਤੇ ਘੁੱਟ ਕੇ ਛਾਤੀ ਨਾਲ ਲਾਇਆ, ਕਹਿਣ ਲੱਗੇ, ਖਬਰਦਾਰ, ਅੱਜ ਤੋਂ ਬਾਅਦ ਕੋਈ ਇਸ ਨੂੰ ਕੁਥਰਾ ਨਾ ਕਵੇ। ਕੁਥਰਾ ਤੇ ਉਹ ਬੱਚਾ ਹੁੰਦਾ ਜਿਹੜਾ ਗੁਰੂ ਕੋਲ ਨਹੀਂ ਆਉਂਦਾ, ਇਹ ਕੁਥਰਾ ਨਹੀਂ, ਅੱਜ ਤੋਂ ਬਾਅਦ ਭਾਈ ਸੁਥਰਾ ਹੈ। ਕਿੰਨੀਆਂ ਬਖਸ਼ਿਸ਼ਾਂ ਗੁਰੂ ਹਰਗੋਬਿੰਦ ਸਾਹਿਬ ਦੀਆਂ। ਸਕਾ ਸਾਂਢੂ, ਭਾਈ ਸਾਈਂ ਦਾਸ ਤੇ ਬੀਬੀ ਰਾਮੋ, ਸਾਲੀ ਤੇ ਸਾਂਢੂ। ਆਮ ਕਰਕੇ ਸਭ ਤੋਂ ਨਾਜ਼ੁਕ ਰਿਸ਼ਤਾ ਇਹ ਹੈ ਕਿ ਹਰ ਵੇਲੇ ਬੰਦਾ ਬਰਾਦਰੀ ਵਿੱਚ ਡਰਦਾ ਰਹਿੰਦਾ ਵੀ ਕਿਤੇ ਇੱਕ ਸਾਂਢੂ ਦੂਸਰੇ ਸਾਂਢੂ ਨੂੰ ਨੀਵਾਂ ਨਾ ਵਿਖਾ ਦੇਵੇ। ਪਰ ਜਦੋਂ
ਬੀਬੀ ਰਾਮੋ ਤੇ ਭਾਈ ਸਾਈਂ ਦਾਸ ਭਾਈ ਕੀ ਡਰੋਲੀ ਵਿਖੇ ਨਵਾਂ ਘਰ ਬਣਾ ਕੇ ਉਡੀਕਦੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਗ੍ਰਹਿ ਜਾ ਕੇ ਉਹਨਾਂ ਨੂੰ ਨਵਾਜਦੇ ਨੇ। ਤੇ ਜੇ ਮਾਲਵੇ ਦੀ ਧਰਤੀ ਤੇ ਭਾਈ ਰੂਪਾ ਤੇ ਭਾਈ ਸਾਧੂ ਜੰਗਲਾਂ ਵਿੱਚੋਂ ਲੱਕੜਾਂ ਕੱਟਦੇ, ਜਲ ਦਾ ਕੂਨਾ ਇੰਨਾ ਠੰਡਾ ਕਿ ਛਕਣ ਲੱਗੇ, ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਆ ਕੇ ਛਕਣ। ਭਾਈ ਸਾਧੂ ਜੋ ਭਾਈ ਰੂਪੇ ਦਾ ਪਿਤਾ ਸੀ ਕਹਿਣ ਲੱਗਾ ਅਸੀਂ ਮਾਲਵੇ ਦੀ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਏਡੀ ਦੂਰ ਕਿਵੇਂ ਆਉਣਗੇ? ਤੇ ਭਾਈ ਰੂਪੇ ਨੇ ਕਿਹਾ ਮੈਂ ਜਾਣਦਾ ਗੁਰੂ ਹਰਗੋਬਿੰਦ ਸਾਹਿਬ ਦੇ ਅੰਦਰ ਦੀ ਕੋਮਲਤਾ ਨੂੰ, ਮੈਂ ਉਸ ਮਾਂ ਦਾ ਪੁੱਤ ਹਾਂ। ਜਦੋਂ ਮੇਰੀ ਮਾਂ ਦਾ ਵਿਆਹ ਤੁਹਾਡੇ ਨਾਲ ਰਚਿਆ ਗਿਆ, ਮੇਰੀ ਮਾਂ ਨੂੰ ਡੋਲੀ ਵਿੱਚ ਪੈਣ ਲੱਗਿਆ ਪਤਾ ਲੱਗਾ ਕਿ ਤੁਸੀਂ ਸਖੀ ਸਰਵਰ ਦੇ ਪੁਜਾਰੀ ਹੋ, ਤੇ ਮੇਰੀ ਮਾਂ ਨੇ ਡੋਲੀ ਵਿੱਚ ਬੈਠਦਿਆਂ ਅਰਦਾਸ ਕੀਤੀ ਸੀ ਗੁਰੂ ਹਰਗੋਬਿੰਦ ਸਾਹਿਬ ਜਾਂ ਤਾਂ ਅੱਜ ਸ਼ਾਮ ਤੱਕ ਮੇਰੇ ਸਹੁਰੇ ਘਰ ਪਹੁੰਚਣ ਤੋਂ ਪਹਿਲਾਂ ਪਹਿਲਾਂ ਮੇਰੇ ਸਹੁਰੇ ਪਰਿਵਾਰ ਨੂੰ ਸਿੱਖ ਬਣਾ ਲਓ, ਨਹੀਂ ਤਾਂ ਕੱਲ ਨੂੰ ਤੁਹਾਡੀ ਬੱਚੀ ਨੇ ਜਦੋਂ ਜਪਜੀ ਸਾਹਿਬ ਪੜ੍ਹਨਾ ਨਾ ਤੇ ਉਹਨਾਂ ਨੇ ਰੋਕ ਲਾ ਦੇਣੀ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਰਸਤੇ ਵਿੱਚ ਦੀਵਾਨ ਸਜਾ ਕੇ ਸੁਸ਼ੋਭਿਤ ਸਨ ਕੁਹਾਰਾਂ ਨੂੰ ਬੇਨਤੀ ਕਰਕੇ ਬੱਚੀ ਡੋਲੀ ਚੋਂ ਉਤਰੀ, ਜਾ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ। ਦੋਵੇਂ ਪਿਓ ਪੁੱਤਰ ਦੱਬੇ ਦੱਬੇ ਪੈਰੀ ਗਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੇਵਲ ਇੰਨਾ ਬਚਨ ਕਿਹਾ ਸੀ ਕਿ ਮਨੁੱਖਾ ਜੀਵਨ ਪਰਮਾਤਮਾ ਦੀ ਪੂਜਾ ਕਰਨ ਵਾਸਤੇ ਮਿਲਿਆ, ਵੇਖਿਓ ਕਿਤੇ ਸਖੀ ਸਰਵਰ ਜਾਂ ਛੋਟੀਆਂ ਅਲਪ ਸ਼ਕਤੀਆਂ ਦੇ ਪਿੱਛੇ ਲੱਗ ਕੇ ਜਨਮ ਵਿਅਰਥ ਨਾ ਗਵਾਇਓ। ਉਹ ਦੋਵੇਂ ਪਿਓ ਪੁੱਤਰ ਗੁਰੂ ਨਾਨਕ ਸਾਹਿਬ ਦੇ ਸਿੱਖ ਬਣੇ ਤੇ ਉਹਨਾਂ ਦੇ ਘਰ ਜਦੋਂ ਪੁੱਤਰ ਨੇ ਜਨਮ ਲਿਆ ਤੇ ਉਹ ਇੰਨਾ ਸੋਹਣਾ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਦਾ ਰੂਪ ਵੇਖ ਕੇ ਨਾਮ ਹੀ ਰੱਖ ਦਿੱਤਾ ਭਾਈ ਰੂਪਾ। ਭਾਈ ਰੂਪਾ ਕਹਿਣ ਲੱਗਾ ਮੈਂ ਉਸ ਮਾਂ ਦਾ ਪੁੱਤ ਹਾਂ ਜਿਨੇ ਡੋਲੀ ਵਿੱਚ ਬੈਠ ਕੇ ਅਰਦਾਸ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਆਏ। ਗਰਮੀ ਦੀ ਰੁੱਤ, ਬੜੀ ਵਿਆਕਲਤਾ, ਪਾਣੀ ਤੋਂ ਬਿਨਾਂ ਜਾਨ ਨਿਕਲ ਰਹੀ ਸੀ, ਪਰ ਭਾਈ ਰੂਪਾ ਇਹ ਤੁਕ ਪੜ ਰਿਹਾ ਸੀ ਕਿ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਕਹਿੰਦੇ ਜਿਵੇਂ ਪਾਣੀ ਨਾ ਮਿਲੇ ਤੇ ਪਿਆਸਾ ਬੰਦਾ ਮਰਦਾ ਹੈ ਨਾ, ਇਸੇ ਤਰ੍ਹਾਂ ਜਦੋਂ ਗੁਰੂ ਤੋਂ ਸਿੱਖ ਦੂਰ ਹੋਵੇ ਤੇ ਸਿੱਖ ਸਮਝਦਾ ਵੀ ਮੈਂ ਹੁਣ ਗੁਰੂ ਤੋਂ ਬਿਨਾਂ ਕਿਵੇਂ ਰਵਾਂ। ਜਦੋਂ ਇਹ ਤੁਕ ਦੋਵੇਂ ਪਿਓ ਪੁੱਤਰ ਪੜ ਰਹੇ ਸਨ ਤੇ ਇੱਧਰ ਭਾਈ ਕੀ ਡੋਲੀ ਗੁਰੂ ਹਰਗੋਬਿੰਦ ਸਾਹਿਬ ਆਪੇ ਹੀ ਘੋੜੇ ਤੇ ਕਾਠੀ ਪਾ ਕੇ ਇਕੱਲੇ ਹੀ ਘੋੜੇ ਤੇ ਸਵਾਰ ਹੋ ਕੇ ਭਾਈ ਰੂਪੇ ਨਗਰ ਵੱਲ ਤੁਰ ਪਏ। ਬਹਾਦਰ ਬਾਬਾ ਬਿਧੀ ਚੰਦ ਗੁਰਸਿੱਖ ਹੈਰਾਨ ਕਿ ਗੁਰੂ ਹਰਗੋਬਿੰਦ ਸਾਹਿਬ ਜਦੋਂ ਵੀ ਕਿਸੇ ਪਾਸੇ ਨੂੰ ਚੱਲਦੇ ਘੋੜ ਸਵਾਰ ਸੈਨਿਕ ਨਾਲ ਹੁੰਦੇ, ਤੇ ਅੱਜ ਸਤਿਗੁਰੂ ਜੀ ਪਤਾ ਨਹੀਂ ਕਿਹੜੇ ਪਾਸੇ ਚਲੇ ਗਏ, ਉਹ ਵੀ ਘੋੜਿਆਂ ਤੇ ਬੈਠ ਕੇ ਪਿੱਛੇ ਪਿੱਛੇ ਭਾਈ ਰੂਪਾ ਨਗਰ ਵਿਖੇ ਪਹੁੰਚੇ। ਕੀ ਵੇਖਦੇ ਨੇ ਕਿ ਸਤਿਗੁਰਾਂ ਨੇ ਉਹ ਕੂਨੇ ਵਿੱਚ ਪਿਆ ਠੰਡਾ ਜਲ ਆਪ ਵੀ ਛਕਿਆ, ਤੇ ਜਿਹੜੇ ਪਿਓ ਪੁੱਤਰ ਤੜਫ ਰਹੇ ਸਨ ਨਾ ਵੀ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ, ਉਹਨਾਂ ਨੂੰ ਵੀ ਜਲ ਛਕਾ ਕੇ ਸੁਰਜੀਤ ਕੀਤਾ। ਇੰਨਾ ਕੋਮਲ ਹਿਰਦਾ ਸੀ ਗੁਰੂ ਹਰਗੋਬਿੰਦ ਸਾਹਿਬ ਦਾ। ਪਰ ਜੰਗ ਯੁੱਧ ਤਾਂ ਇਸ ਕਰਕੇ ਵੀ ਜਿਹੜੇ ਜ਼ਾਲਮ ਵਿਗੜੇ ਹੋਏ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਹਰ ਸ਼ਾਂਤੀ ਦੀ ਵੀ ਇੱਕ ਹੱਦ ਹੁੰਦੀ ਹੈ। ਜਦੋਂ ਆਪਾਂ ਕਿਸੇ ਤੇ ਜ਼ੁਲਮ ਕਰੀ ਚੱਲੀਏ ਤੇ ਉਸ ਜ਼ੁਲਮ ਤੋਂ ਬਾਅਦ ਫਿਰ ਇੱਕ ਐਸਾ ਇਨਕਲਾਬ ਆਉਂਦਾ ਹੈ ਕਿ ਉਸ ਇਨਕਲਾਬ ਦੇ ਅੱਗੇ ਫਿਰ ਕਦੇ ਉਹ ਜ਼ਾਲਮ ਰੁਕ ਨਹੀਂ ਸਕਦੇ। ਘਰਾਂ ਵਿੱਚ ਵੀ ਆਪਾਂ ਤਜਰਬਾ ਕਰਕੇ ਵੇਖ ਲਈਏ ਵੀ ਜੇ ਨੌ ਗਰੀਬ ਘਰ ਦੀ ਆਈ, ਆਪਾਂ ਰੋਜ਼ ਦਬਾਈ ਚੱਲੀਏ, ਰੋਜ਼ ਜ਼ੁਲਮ ਕਰੀ ਚੱਲੀਏ, ਤੇ ਆਖਰ ਇੱਕ ਦਿਨ ਫਿਰ ਇਨਕਲਾਬ ਆਉਂਦਾ ਹੀ ਹੈ ਨਾ। ਤੇ ਜੇ ਨੌ ਤਗੜੇ ਘਰ ਦੀ ਆ ਜੇ ਤੇ ਸਾਰੇ ਟੱਬਰ ਨੂੰ ਅੱਗੇ ਲਾਈ ਫਿਰੇ ਵੀ ਮੈਂ ਤਾਂ ਫਲਾਣੇ ਦੀ ਧੀ ਆ, ਮੈਂ ਨਹੀਂ ਪਤੀ ਨੂੰ ਪਤੀ ਸਮਝਦੀ, ਮੈਂ ਨਹੀਂ ਸੱਸ ਨੂੰ ਸੱਸ ਸਮਝਦੀ, ਤੇ ਆਖਰ ਫਿਰ ਕਦੋਂ ਤੱਕ ਘਰ ਬਚਣਗੇ? ਉਸ ਜ਼ੁਲਮ ਤੋਂ ਬਾਅਦ, ਅਤਿਆਚਾਰ ਤੋਂ ਬਾਅਦ ਫਿਰ ਇਨਕਲਾਬ ਤਾਂ ਆਉਂਦਾ ਹੀ ਹੈ। ਘਰਾਂ ਤੋਂ ਸ਼ੁਰੂ ਕਰੀਏ, ਕਿਉਂਕਿ ਸਿੱਖਿਆ ਜਿਹੜੀ ਆ ਉਹ ਸਾਨੂੰ ਜੀਵਨ ਸਵਾਰਨ ਵਾਸਤੇ ਸਤਿਗੁਰੂ ਜੀ ਨੇ 10 ਜਾਮੇ ਧਾਰਨ ਕਰਕੇ ਬਖਸ਼ਿਸ਼ ਕੀਤੀ। ਇੰਨਾ ਸਮਾਂ ਨਹੀਂ ਕਿ ਦਾਸ ਹੋਰ ਵਿਸਤਾਰ ਵੀ ਜਾ ਸਕੇ। ਪਿਛਲੇ ਦਿਨੀ ਭਾਵੇਂ ਦਾਸ ਦੇ ਪੈਰ ਤੇ ਕੋਈ ਸੱਟ ਲੱਗਣ ਦੇ ਕਾਰਨ ਉਸ ਗੁਰਮਤਿ ਸਮਾਗਮ ਦੇ ਵਿੱਚ ਦਾਸ ਨਹੀਂ ਸੀ ਪਹੁੰਚ ਸਕਿਆ। ਹੁਣ ਮਾਲਕ ਨੇ ਤੰਦਰੁਸਤੀ ਬਖਸ਼ਿਸ਼ ਕੀਤੀ ਹੈ ਤੇ ਪ੍ਰਬੰਧਕਾਂ ਨੇ ਜਿਵੇਂ ਸਮਾਂ ਦੇ ਕੇ ਦਾਸ ਨੂੰ ਨਵਾਜਿਆ, ਇਸ ਪੱਖੋਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ ਦਾਸ ਤਹਿ ਦਿਲ ਤੋਂ ਧੰਨਵਾਦੀ ਆ। ਧੰਨਵਾਦ ਹੈ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਵਾਏ ਨੇ। ਦਾਸ ਨੇ ਵੀ ਵਾਪਸ ਅੰਮ੍ਰਿਤਸਰ ਜਾਣਾ ਕੱਲ ਨੂੰ,
ਰਾਏਪੁਰ ਫਲਾਈਟ ਹੈ, ਇਸ ਕਰਕੇ ਬਹੁਤਾ ਹੁਣ ਆਪਾਂ ਵਿਸਤਾਰ ਵਿੱਚ ਨਹੀਂ ਜਾ ਸਕਦੇ। ਅਗਲਾ ਪ੍ਰੋਗਰਾਮ ਇੱਥੋਂ ਦੇ ਗ੍ਰੰਥੀ ਸਾਹਿਬ ਜੀ ਆਪ ਜੀ ਨੂੰ ਸਰਵਣ ਕਰਾਉਣਗੇ। ਦਾਸ ਨੂੰ ਦਿਓ ਆਗਿਆ, ਬਾਕੀ ਸਾਰੀਆਂ ਸੰਗਤਾਂ ਅਗਲਾ ਪ੍ਰੋਗਰਾਮ ਸੁਣੋ। ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਬੁਲਾਓ ਫਤਿਹ ਸਾਰੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ